ਜਿਹੜੀ ਮੈਂ ਗੱਡੀ ਮੈਨੂੰ ਦਿਖਾਈ ਸੀ ਉਹ ਸੀਗੀ ਤਕਰੀਬਨ 22-23 ਕਿਲੋਮੀਟਰ ਚੱਲੀ ਹੋਈ, ਤੇ ਆਹ ਗੱਡੀ ਜਿਹੜੀ ਹੈ ਇਹ ਚੱਲੀ ਹੋਈ ਸੀ ਤਕਰੀਬਨ 70 ਕਿਲੋਮੀਟਰ ਦੇ ਨੇੜੇ ਚੱਲੀ ਹੋਈ ਸੀ। ਮੈਂ ਕਿਹਾ ਇਹ ਗੱਡੀ ਤਾਂ ਉਹ ਹੈ ਹੀ ਨਹੀਂ, 70 ਕਿਲੋਮੀਟਰ ਕਿੱਥੋਂ ਚੱਲ ਗਈ ਇੱਕ ਦਿਨ 'ਚ, ਵੀ ਤੁਸੀਂ ਵਾਸ਼ਿੰਗ ਵੀ ਕਰਨੀ ਹੈ, ਨੇੜੇ ਤੇੜੇ ਹੋਊਗੀ ਨਾ ਵਾਸ਼ਿੰਗ ਤਾਂ। ਨਹੀਂ ਸਰ ਇਹ ਉਹੀ ਗੱਡੀ ਹੈ। ਫਿਰ ਮੈਂ ਕਿਹਾ ਯਾਰ ਇਹ ਉਹ ਗੱਡੀ ਹੋ ਨਹੀਂ ਸਕਦੀ, ਮੈਨੂੰ ਕੱਲ੍ਹ ਜਿਹੜੀ ਤੁਸੀਂ ਮੈਨੂੰ ਗੱਡੀ ਦਿਖਾਈ ਆ ਉਹ ਤਾਂ ਆਹ ਗੱਡੀ ਆ, ਇਹ ਤਾਂ ਉਹ ਗੱਡੀ ਹੈ ਨਹੀਂ ਗੀ। ਕਹਿੰਦੇ ਸਰ ਹੁਣ ਤਾਂ ਇਹਦੀ ਬਿਲਿੰਗ ਹੋ ਚੁੱਕੀ ਹੈ, ਇਹਨਾਂ ਦਾ ਜਿਹੜਾ ਸੂਰਜ ਦਾਦਾ ਜੀ ਹੈ ਉਹ ਵੀ ਆ ਗਏ। ਕਹਿੰਦੇ ਜੀ ਹੁਣ ਤਾਂ ਬਿਲਿੰਗ ਹੋ ਗਈ, ਕੁਛ ਕਰ ਨਹੀਂ ਸਕਦੇ ਆਪਾਂ, ਇਹਦੀ ਗੱਡੀ ਨਵੀਂ ਹੈ, ਟੈਨਸ਼ਨ ਨਾ ਲਓ, ਅਸੀਂ ਬੈਠੇ ਹਾਂ। ਪੰਗਾ, ਮੈਂ ਕਿਹਾ ਦੂਜੀ ਚਾਬੀ ਗੱਡੀ ਦੀ ਕਿੱਥੇ ਆ? ਕਹਿੰਦੀ ਸਰ ਦੂਜੀ ਚਾਬੀ ਤਾਂ ਕੰਪਨੀ ਵੱਲੋਂ ਆਈ ਨਹੀਂ, ਇਹ ਜਦੋਂ ਆਏਗੀ ਤੁਹਾਨੂੰ ਦੇ ਦਾਂਗੇ। ਫਿਰ ਬਾਅਦ 'ਚੋਂ ਕਹਿਣ ਲੱਗੇ ਕਿ ਹਫ਼ਤੇ ਬਾਅਦ ਕਹਿਣ ਲੱਗੇ ਕਿ ਸਰ ਦੂਜੀ ਚਾਬੀ ਦਾ ਕੰਪਨੀ ਨੇ ਸਿਸਟਮ ਖਤਮ ਕਰਤਾ, ਤੁਸੀਂ ਰਿਟਰਨ ਦਿਓ, ਮੈਨੂੰ ਦੂਜੀ ਚਾਬੀ ਚਾਹੀਦੀ ਹੈ ਅਤੇ ਮੈਂ ਉਹਦੀ ਪੈਸੇ ਜਮ੍ਹਾਂ ਕਰਾਉਣਾ, ਮੈਨੂੰ ਇਹ ਡੁਪਲੀਕੇਟ ਚਾਬੀ। ਮੈਂ ਕਿਹਾ ਮੈਂ ਡੁਪਲੀਕੇਟ ਵਰਡ ਯੂਜ਼ ਕਿਉਂ ਕਰਾਂ? ਚਾਬੀ ਦਾ ਕੰਪਨੀ ਨੇ ਟਾਟਾ ਵਾਲਿਆਂ ਨੇ ਲਿਖ ਕੇ ਦਿੱਤਾ ਮੈਨੂੰ ਇਨ ਈਮੇਲ ਕਿ ਇਹ ਗੱਡੀ ਚਾਬੀ 5 ਮਹੀਨੇ ਪਹਿਲੇ ਜਦੋਂ ਗੱਡੀ ਲਈ ਸੀ ਉਦੋਂ ਦੀ ਚਾਬੀ ਇਹਨਾਂ ਕੋਲ ਪਈ ਹੈ, ਸਾਨੂੰ ਨਹੀਂ ਪਤਾ ਚਾਬੀ ਇਹਨਾਂ ਨੇ ਕਿਉਂ ਨਹੀਂ ਦਿੱਤੀ। ਇਹਨਾਂ ਨੇ ਫਾਈਨਲੀ ਕੀ ਕੀਤਾ, ਬੈਂਕ ਨਾ ਮੇਰੇ ਸਾਰੇ ਡਾਕੂਮੈਂਟ ਚੇਂਜ ਕਰਤੇ, ਖੁਦ ਹੀ ਜਿੱਥੇ ਗਗਨਦੀਪ ਸਿੰਘ ਕੋਚਰ ਦੀ ਲੋੜ ਸੀ ਸਾਈਨ ਦੀ, ਆਪ ਸਾਈਨ ਕਰਤੇ, ਜਿੱਥੇ ਮਤਲਬ ਮੇਰੇ ਸਾਈਨ ਹੋਣੇ ਚਾਹੀਦੇ ਸੀਗੇ ਪਰ ਫੋਟੋ ਲੱਗਣੀ ਸੀ, ਉੱਥੇ ਕੋਈ ਨੀਰਜ ਪੇਸ਼ ਹੋਇਆ ਐਜ਼ ਅ ਬੋਰੋਅਰ, ਨੀਰਜ ਨੇ ਗਗਨਦੀਪ ਸਿੰਘ ਕੋਚਰ ਦੀ ਸਾਈਨ ਕੀਤੇ ਤੇ ਲੋਨ ਕੈਂਸਲ ਕਰ। ਇੱਕ ਸਾਡੇ ਤੇ ਨਵੀਂ ਗੱਡੀ ਤੁਹਾਨੂੰ ਦੇਣੀ ਸੀ, ਤੁਹਾਨੂੰ ਮਿਲੀ ਕਿ ਨਹੀਂ ਮਿਲੀ? ਮੈਨੂੰ ਕੋਲ ਕੋਈ ਗੱਡੀ ਨਹੀਂ ਹੈ, ਮੇਰੇ ਕੋਲ ਮੇਰੀ ਆਪਣੀ ਗੱਡੀ ਜਿਹੜੀ ਸੀਗੀ, ਜਿਹੜੀ ਘਰ ਪਹਿਲੀ ਗੱਡੀ ਸੀ ਐਕਸਚੇਂਜ ਵਾਲੀ, ਉਹ ਵੀ ਗਈ, ਡਾਊਨ ਪੇਮੈਂਟ ਵੀ ਗਈ, ਨਵੀਂ ਗੱਡੀ ਜਿਹੜੀ ਸੀ ਉਹ ਵੀ ਗਈ, ਵਿਆਜ ਵੀ ਦਿੱਤਾ ਸਰ ਵਿਆਜ ਵੀ ਦਿੱਤਾ, 2 ਸਾਲ ਦੀ ਟੈਨਸ਼ਨਾਂ ਵੀ ਲੈ ਰਹੇ ਆ ਪੂਰੀਆਂ। ਉਹਦੇ ਵਿੱਚ ਇਹਨਾਂ ਨੇ ਮਤਲਬ ਕਿੰਨੇ ਸੈਂਸਰ ਬਦਲਤੇ, ਤਕਰੀਬਨ 20 ਕੀ ਇਹਨਾਂ ਨੇ ਸੈਂਸਰ ਬਦਲਤੇ। ਉਸ ਤੋਂ ਬਾਅਦ ਇਹ ਕਹਿੰਦੇ ਵੀ ਜਿਹਦੀ ਮੇਨ ਵਾਇਰਿੰਗ ਹੈ, ਜਿਹੜੀ ਮੈਨੂੰ 1.5-2 ਲੱਖ ਰੁਪਏ ਦੀ ਵਾਇਰਿੰਗ ਹੈ, ਉਹ ਬਦਲਣੀ ਹੈ। ਆਉਂਦੀ ਨਹੀਂ ਗੱਡੀ, ਹਾਰਡਲੀ 20-30 ਕਿਲੋਮੀਟਰ ਚੱਲਦੀ ਸੀ, ਫਿਰ ਵਾਪਸ ਚੱਲ ਜਾਂਦੀ ਸੀ, ਫਿਰ ਇਹ 100-150 ਕਿਲੋਮੀਟਰ ਦੀ ਟੈਸਟਿੰਗ ਕਰਦੇ ਸੀ, ਫਿਰ ਵਾਪਸ ਦੇ ਜਾਂਦੇ ਸੀ। ਗਗਨਦੀਪ ਸਿੰਘ ਕੋਚਰ ਜਿਹੜੇ ਸਾਡੇ ਫਰੈਂਡ ਨੇ, ਇਹਨਾਂ ਦੇ ਜਾਲੀ ਸਾਈਨ ਕਰਕੇ ਬੈਂਕ ਦੇ ਵਿੱਚ ਸਬਮਿਟ ਕੀਤੇ ਗਏ ਸੀ ਔਰ ਬੈਂਕ ਦਾ ਜਿਹੜਾ ਲੋਨ ਕੈਂਸਲ ਕਰਵਾਇਆ ਗਿਆ ਸੀ। ਜੀ ਸਰ, ਆਪਣਾ ਨਾਮ ਤੇ ਕੀ ਮਾਮਲਾ ਹੈ? ਮੇਰਾ ਨਾਮ ਗਗਨਦੀਪ ਸਿੰਘ ਕੋਚਰ ਹੈ ਅਤੇ ਮੈਂ 2021 ਮਾਰਚ ਵਿੱਚ ਦਾਦਾ ਮੋਟਰ ਜਿਹੜਾ ਹੈ ਉਹਨਾਂ ਤੋਂ ਇੱਕ ਟਾਟਾ ਸਫਾਰੀ ਲੈਣ ਗਿਆ ਸੀ। ਉਹਨਾਂ ਨੇ ਮੈਨੂੰ ਗੱਡੀ ਦਿਖਾਈ ਅਤੇ ਮੈਨੂੰ ਕਿਹਾ ਆਹ ਗੱਡੀ ਤੁਹਾਡੇ ਲਈ ਅਵੇਲੇਬਲ ਆ, ਤੁਸੀਂ ਇਹ ਗੱਡੀ ਦਾ ਆਪਣਾ ਤੁਹਾਨੂੰ ਕੱਲ੍ਹ ਡਿਲੀਵਰੀ ਦੇ ਦਿੰਦੇ ਆ। ਮੇਰੇ ਤੋਂ ਪੁਰਾਣੀ ਗੱਡੀ ਵੀ ਰੱਖ ਲਈ ਇੱਕ ਅਗੇਂਸਟ ਚੇਂਜ ਕਰਨ, ਪਲੱਸ ਮੇਰੇ ਤੋਂ ਪੈਸੇ ਲੈ ਲਏ। ਅਗਲੇ ਦਿਨ ਮੈਨੂੰ ਪੂਰੀ PDI ਚੈੱਕ ਕਰਾਇਆ, ਮੈਂ ਪੂਰੀ ਉਹਦੀ ਫੋਟੋਆਂ ਖਿੱਚੀਆਂ ਗੱਡੀ ਦੀਆਂ, ਕਿਉਂਕਿ ਆਪਾਂ PDI ਚੈੱਕ ਨੋਰਮਲੀ ਗੱਡੀ ਦਾ ਕਰਦੇ ਹਾਂ ਵੀ ਆਹ ਤੁਹਾਨੂੰ ਡਿਲੀਵਰੀ ਕਰਨੀ ਹੈ, ਕਿਉਂਕਿ ਉਹਦੇ ਅਗੇਂਸਟ ਇਹਨਾਂ ਨੇ ਮੇਰੇ ਤੋਂ ਪੈਸੇ ਲੈ ਲਏ ਸੀਗੇ। PDI ਚੈੱਕ ਹੋ ਗਿਆ, ਕਹਿੰਦੇ ਕੱਲ੍ਹ ਅਸੀਂ ਇੰਸ਼ੋਰੈਂਸ ਕਰਕੇ ਤੁਹਾਨੂੰ ਇਹ ਕੱਲ੍ਹ ਗੱਡੀ ਡਿਲੀਵਰ ਕਰ ਦਾਂਗੇ। ਉਹਦੇ ਮੈਂ ਪੂਰਾ ਆਡੋਮੀਟਰ ਤੋਂ ਲੈ ਕੇ ਉਹਦਾ ਚੇਸੀ ਨੰਬਰ ਸਭ ਕੁਝ ਮੈਂ ਉਹਦੀ ਫੋਟੋਆਂ ਖਿੱਚ ਲਈਆਂ ਸੀ PDI ਕਰਨ ਤੋਂ ਬਾਅਦ। ਸਕ੍ਰੈਚਿਸ ਵਗੈਰਾ ਚੈੱਕ ਕਰਕੇ ਤੁਸੀਂ ਸਾਰਾ ਫੋਟੋ ਖਿੱਚ ਕੇ ਫਾਈਨਲ ਕਰ ਦਿੰਦੇ ਹੋ ਗੱਡੀ। ਅਗਲੇ ਦਿਨ ਇਹਨਾਂ ਨੇ ਸਾਰੀ ਬਾਕੀ ਮੇਰੇ ਤੋਂ ਮੈਂ ਲੋਨ ਦੇ ਜਿਹੜੇ ਕਿਰਾਏ ਸਾਰੇ, ਉਹ ਲੋਨ ਦੇ ਵੀ ਪੈਸੇ ਇਹਨਾਂ ਨੂੰ ਆ ਗਏ। ਇਹਨਾਂ ਨੇ ਵਿਦ ਇੰਸ਼ੋਰੈਂਸ ਕਹਿੰਦੇ ਗੱਡੀ ਨਾ ਧੋ ਰਹੀ ਹੈ, ਧੋ ਕੇ ਤੁਹਾਨੂੰ ਦਿੰਦੇ ਆ। ਸਾਰੇ ਡਾਕੂਮੈਂਟ ਕਰਕੇ ਤਿਆਰ ਕਰਕੇ ਮੈਨੂੰ ਕਹਿੰਦੇ ਗੱਡੀ ਡਿਲੀਵਰੀ ਲਈ ਤਿਆਰ ਹੈ ਤੁਹਾਡੀ। ਗੱਡੀ ਜਦੋਂ ਮੈਂ ਉਹ ਡਿਲੀਵਰੀ ਲੈਣ ਲੱਗਾ ਉਹਦੀ, ਮਤਲਬ ਬਾਹਰ ਫੋਟੋ ਖਿੱਚਣ ਲੱਗਾ, ਮੈਂ ਕਿਹਾ ਇਹਦੀ ਤਾਂ ਜਿਹੜੀ ਮੈਂ ਗੱਡੀ ਮੈਨੂੰ ਦਿਖਾਈ ਸੀ ਉਹ ਸੀਗੀ ਤਕਰੀਬਨ 22-23 ਕਿਲੋਮੀਟਰ ਚੱਲੀ ਹੋਈ, ਅਤੇ ਆਹ ਗੱਡੀ ਜਿਹੜੀ ਹੈ ਇਹ ਚੱਲੀ ਹੋਈ ਸੀ ਤਕਰੀਬਨ 70 ਕਿਲੋਮੀਟਰ ਦੇ ਨੇੜੇ ਚੱਲੀ ਹੋਈ ਸੀ। ਮੈਂ ਕਿਹਾ ਇਹ ਗੱਡੀ ਤਾਂ ਉਹ ਹੈ ਹੀ ਨਹੀਂ, 70 ਕਿਲੋਮੀਟਰ ਕਿੱਥੋਂ ਚੱਲ ਗਈ ਇੱਕ ਦਿਨ 'ਚ, ਵੀ ਤੁਸੀਂ ਵਾਸ਼ਿੰਗ ਵੀ ਕਰਨੀ ਹੈ, ਨੇੜੇ ਤੇੜੇ ਹੋਊਗੀ ਨਾ ਵਾਸ਼ਿੰਗ ਤਾਂ। ਨਹੀਂ ਸਰ ਇਹ ਉਹੀ ਗੱਡੀ ਹੈ। ਫਿਰ ਮੈਂ ਕਿਹਾ ਯਾਰ ਇਹ ਉਹ ਗੱਡੀ ਹੋ ਨਹੀਂ ਸਕਦੀ, ਮੈਨੂੰ ਇੱਕ ਮਿੰਟ ਦੇਖਣ ਦਿਓ। ਫਿਰ ਮੈਂ ਚੇਸੀ ਨੰਬਰ ਚੈੱਕ ਕੀਤੇ ਉਹਦੇ, ਮੈਂ ਉਹਨੂੰ ਫੋਟੋ ਦਿਖਾਈ। ਮੈਂ ਕਿਹਾ ਮੇਰੀ ਜਿਹੜੀ ਤੁਸੀਂ ਕੱਲ੍ਹ ਮੈਨੂੰ PDI ਕਰਾਈ ਆ ਗੱਡੀ, ਕੱਲ੍ਹ ਜਿਹੜੀ ਤੁਸੀਂ ਮੈਨੂੰ ਗੱਡੀ ਦਿਖਾਈ ਆ ਉਹ ਤਾਂ ਆਹ ਗੱਡੀ ਆ, ਇਹ ਤਾਂ ਉਹ ਗੱਡੀ ਹੈ ਨਹੀਂ ਗੀ। ਕਹਿੰਦੇ ਸਰ ਹੁਣ ਤਾਂ ਇਹਦੀ ਬਿਲਿੰਗ ਹੋ ਚੁੱਕੀ ਹੈ, ਇਹਨਾਂ ਦਾ ਜਿਹੜਾ ਸੂਰਜ ਦਾਦਾ ਜੀ ਹੈ ਉਹ ਵੀ ਆ ਗਏ। ਕਹਿੰਦੇ ਜੀ ਹੁਣ ਤਾਂ ਬਿਲਿੰਗ ਹੋ ਗਈ, ਕੁਛ ਕਰ ਨਹੀਂ ਸਕਦੇ ਆਪਾਂ, ਇਹਦੀ ਗੱਡੀ ਨਵੀਂ ਹੈ, ਟੈਨਸ਼ਨ ਨਾ ਲਓ, ਅਸੀਂ ਬੈਠੇ ਹਾਂ। ਕਾਫੀ ਖੈਰ ਉੱਥੇ ਜੇ ਉਹਨਾਂ ਦੀ ਪੂਰੀ ਉਹ ਕੱਢੇ ਜਾਣਗੇ ਨਾ CCTV, ਉੱਥੇ ਤਾਂ ਪਤਾ ਲੱਗ ਜੂ ਉੱਥੇ ਕਾਫੀ ਦੇਰ ਕਲੇਸ਼ ਪਿਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਇਹ ਗੱਡੀ ਬਿਲ ਕਿੱਦਾਂ ਕਰਤੀ, ਪੈਸੇ ਕਿੱਦਾਂ ਲੈ ਲਏ, ਜਦ PDI ਤੁਸੀਂ ਦੂਜੀ ਗੱਡੀ ਜਿਹੜੀ ਚੀਜ਼ ਦਿਖਾਓਗੇ ਉਹੀ ਦਿਓਗੇ ਨਾ। ਉਹਨਾਂ ਨੇ ਖੈਰ ਉਹਦੀ ਧੱਕੇ ਨਾਲ ਮੈਨੂੰ ਗੱਡੀ ਦੇ ਦਿੱਤੀ। ਉਦੋਂ ਹੀ ਉਹ ਗੱਡੀ ਜਦੋਂ ਮੈਂ ਬਾਹਰ ਲੈ ਕੇ ਆਇਆ, ਹਾਰਡਲੀ ਮੈਨੂੰ ਲੱਗਦਾ 500 ਮੀਟਰ ਗਿਆ ਹੋਊਗਾ, ਉੱਤੇ ਐਰਰ ਆ ਗਏ, ਚੈੱਕ ਇੰਜਨ। ਪਹਿਲੇ ਚੁਰਾਹੇ ਤੋਂ ਹੀ ਜਿਹੜਾ ਪਹਿਲਾ ਟਰਨ ਹੈ, ਮੈਂ ਯੂ ਟਰਨ ਲੈ ਕੇ ਵਾਪਸ ਇਹਨਾਂ ਕੋਲ ਗਿਆ ਵੀ ਆਹ ਦੇਖੋ ਆ ਗੱਡੀ, ਉਹਦੀ ਵੀ CCTV ਰਿਕਾਰਡਿੰਗ ਸਾਰੀ ਇਹਨਾਂ ਕੋਲ ਕੈਮਰੇ 'ਚ ਉੱਥੇ ਹੋਊ। ਉਹਨਾਂ ਨੇ ਗੱਡੀ ਦੇਖੀ, ਕਹਿੰਦੇ ਸਰ ਇਹ ਤਾਂ ਨੋਰਮਲ ਐਰਰ ਹੈ, ਅਸੀਂ ਫਲਸ਼ ਕਰ ਦਿੰਦੇ ਹਾਂ। ਇਹਨਾਂ ਨੇ ਗੱਡੀ ਦਾ ਫਲਸ਼ ਕੀਤਾ ਐਰਰ ਐਂਡ 'ਤੇ ਮੈਨੂੰ ਗੱਡੀ ਵਾਪਸ ਦੇ ਦਿੱਤੀ ਵੀ ਸਰ ਹੁਣ ਤਾਂ ਪਹਿਲੇ ਕਲੇਸ਼ ਪੈ ਗਿਆ ਸੀ ਅੱਧਾ ਘੰਟਾ। ਹੁਣ ਉਸ ਤੋਂ ਬਾਅਦ ਬੰਦਾ ਕੀ ਪਾਉਂਦਾ ਵੀ ਅਸੀਂ ਖੜੇ ਆ ਨਾ, ਸੂਰਜ ਦਾਦਾ ਉੱਥੇ ਖੜੇ ਰਹੇ, ਕਹਿੰਦੇ ਮੈਂ ਖੜਾ ਟੈਨਸ਼ਨ ਨਾਲ। ਗੱਡੀ ਆ ਗਈ। ਉਦੋਂ ਕੋਵਿਡ ਦਾ ਟਾਈਮ ਸੀਗਾ,
ਉਹ ਸਿਰਦਰਦੀ ਮੇਰੇ ਤੇ ਪੈ ਗਈ ਦੁਬਾਰਾ। ਫੇਜ਼ 2 ਸੀ ਕੋਵਿਡ ਦਾ, ਦੁਬਾਰਾ ਉਹੀ ਪ੍ਰੋਬਲਮ ਆਈ। ਗੱਡੀ ਮੈਂ ਆਪਣੇ ਫੈਮਿਲੀ ਨਾਲ ਨਿਕਲਿਆ ਬਾਹਰ, ਗੱਡੀ ਬੰਦ। ਨਾ ਕੋਵਿਡ 'ਚ ਕੋਈ ਹੈਲਪ ਕਰਨ ਨੂੰ ਤਿਆਰ, ਨਾ ਕੁਝ ਕਰਨ ਨੂੰ ਤਿਆਰ। ਇਹਨਾਂ ਨੂੰ ਫੋਨ ਕਰੋ, ਓਬਵੀਅਸਲੀ ਕੋਈ ਹੈ ਨਹੀਂ ਸੀ। ਉਹ ਕਹਿੰਦੇ ਸਿਰਫ ਗਵਰਨਮੈਂਟ ਨੇ ਅਲਾਓ ਕੀਤਾ ਸੀ 3 ਘੰਟੇ ਲਈ ਫੇਜ਼, ਸਵੇਰੇ 5 ਵਜੇ ਤੋਂ ਕੁਝ। ਖੈਰ ਇਹ ਕਹਿੰਦੇ ਸਰ ਵੀ ਅਸੀਂ ਗੱਡੀ ਤੁਹਾਡੀ ਘਰੋਂ ਲੈ ਜਾਂਦੇ ਹਾਂ। ਇਹ ਮੇਰੇ ਘਰੋਂ ਗੱਡੀ ਲੈ ਗਏ, ਫਿਰ ਇਹਨਾਂ ਆਪਣੇ ਕੋਲ ਰੱਖਦੇ ਸੀਗੇ, ਫਿਰ ਦੇ ਜਾਂਦੇ ਸੀ ਗੱਡੀ। ਉਹਦੇ ਵਿੱਚ ਇਹਨਾਂ ਨੇ ਮਤਲਬ ਕਿੰਨੇ ਸੈਂਸਰ ਬਦਲਤੇ, ਤਕਰੀਬਨ 20 ਕੀ ਇਹਨਾਂ ਨੇ ਸੈਂਸਰ ਬਦਲਤੇ। ਉਸ ਤੋਂ ਬਾਅਦ ਇਹ ਕਹਿੰਦੇ ਵੀ ਜਿਹਦੀ ਮੇਨ ਵਾਇਰਿੰਗ ਹੈ, ਜਿਹੜੀ ਮਤਲਬ 1.5-2 ਲੱਖ ਰੁਪਏ ਦੀ ਵਾਇਰਿੰਗ ਹੈ, ਉਹ ਬਦਲਣੀ ਹੈ। ਆਂਦੀ ਰਹੀ ਗੱਡੀ, ਹਾਰਡਲੀ 20-30 ਕਿਲੋਮੀਟਰ ਚੱਲਦੀ ਸੀ, ਫਿਰ ਵਾਪਸ ਚੱਲ ਜਾਂਦੀ ਸੀ। ਫਿਰ ਇਹ 100-150 ਕਿਲੋਮੀਟਰ ਦੀ ਟੈਸਟਿੰਗ ਕਰਦੇ ਸੀ, ਫਿਰ ਵਾਪਸ ਦੇ ਜਾਂਦੇ ਸੀ। ਦੂਜੀ ਚਾਬੀ ਦਾ, ਅੱਛਾ ਪਹਿਲੇ ਦਿਨ ਇੱਕ ਹੋਰ ਨਾਲ ਪਿਆ ਸੀ ਪੰਗਾ। ਮੈਂ ਕਿਹਾ ਦੂਜੀ ਚਾਬੀ ਗੱਡੀ ਦੀ ਕਿੱਥੇ ਹੈ? ਕਹਿੰਦੀ ਸਰ ਦੂਜੀ ਚਾਬੀ ਤਾਂ ਕੰਪਨੀ ਵੱਲੋਂ ਆਈ ਨਹੀਂ, ਇਹ ਜਦੋਂ ਆਏਗੀ ਤੁਹਾਨੂੰ ਦੇ ਦਾਂਗੇ। ਫਿਰ ਬਾਅਦ 'ਚੋਂ ਕਹਿਣ ਲੱਗੇ ਕਿ ਹਫ਼ਤੇ ਬਾਅਦ ਕਹਿਣ ਲੱਗੇ ਕਿ ਸਰ ਦੂਜੀ ਚਾਬੀ ਦਾ ਕੰਪਨੀ ਨੇ ਸਿਸਟਮ ਖਤਮ ਕਰਤਾ, ਤੁਸੀਂ ਰਿਟਰਨ ਦਿਓ ਵੀ ਮੈਨੂੰ ਦੂਜੀ ਚਾਬੀ ਚਾਹੀਦੀ ਹੈ ਅਤੇ ਮੈਂ ਉਹਦੀ ਪੈਸੇ ਜਮ੍ਹਾਂ ਕਰਾਉਣਾ, ਮੈਨੂੰ ਇੱਕ ਡੁਪਲੀਕੇਟ ਚਾਬੀ। ਮੈਂ ਕਿਹਾ ਮੈਂ ਡੁਪਲੀਕੇਟ ਵਰਡ ਯੂਜ਼ ਕਿਉਂ ਕਰਾਂ? ਜੇ 2 ਚਾਬੀਆਂ ਆਉਂਦੀਆਂ ਤੁਸੀਂ ਮੈਨੂੰ ਰਿਟਰਨ ਦਿਓ ਵੀ 2 ਕਹਿੰਦੇ ਸੈਕਿੰਡ ਚਾਬੀ ਵੀ ਮੈਂ ਇਹ ਲੈਟਰ ਦੇ ਦੇਣਾ ਤੁਹਾਨੂੰ ਕਿ ਮੈਨੂੰ ਸੈਕਿੰਡ ਕੀ ਦਿਓ, ਡੁਪਲੀਕੇਟ ਤਾਂ ਨਹੀਂ ਮੈਂ ਲਿਖੂੰਗਾ ਨਾ। ਚਲੋ ਇਹਨਾਂ ਨੂੰ ਉਹ ਗੱਲ ਲਮਕਦੀ ਰਹੀ। ਫਿਰ ਮੈਂ ਪੈਰਲਲੀ ਮੇਰੀ ਗੱਡੀ ਫਿਰ ਮੇਰੇ ਘਰ ਦੇ ਬਾਹਰ ਖੜੀ ਰਹੀ, ਖਰਾਬ ਸੀਗੀ। ਹੁਣ ਪ੍ਰੋਬਲਮ ਇਹ ਸੀ ਕਿ ਸੈਕਿੰਡ ਚਾਬੀ ਹੈ ਨਹੀਂ ਗੀ। ਜੇ ਗੱਡੀ ਹੋ ਗਈ ਚੋਰੀ ਤਾਂ ਕੌਣ ਜ਼ਿੰਮੇਵਾਰ ਹੋਊਗਾ? ਮੈਨੂੰ ਇੰਸ਼ੋਰੈਂਸ ਵਾਲਿਆਂ ਨੇ ਇੰਸ਼ੋਰੈਂਸ ਦੇਣੀ ਨਹੀਂ, ਕਿਉਂਕਿ ਸੈਕਿੰਡ ਕੀ ਇਜ਼ ਅ ਮਸਟ। ਮੈਂ ਉਹਨੂੰ ਲਿਖਿਆ, ਮੈਂ ਕਿਹਾ ਯਾਰ ਸੈਕਿੰਡ ਕੀ ਇਜ਼ ਅ ਮਸਟ, ਗੱਡੀ ਬਾਹਰ ਖੜੀ ਹੈ, ਚਲਦੀ ਪਈ ਨਹੀਂ। ਤੁਸੀਂ ਕਹਿੰਦੇ ਹੋ ਵੀ ਅਸੀਂ ਸਵੇਰੇ ਕਲੈਕਟ ਕਰਾ ਵੀ ਗੱਡੀ ਲੈ ਜਾਂਦੇ ਹੋ, ਆ ਜਾਂਦੇ ਹੋ, ਵੀ ਹੁਣ ਇਹਦੀ ਜ਼ਿੰਮੇਵਾਰੀ ਕੌਣ ਲਊਗਾ? ਮੈਂ ਪੈਰਲਲੀ ਟਾਟਾ ਇਨਵੋਲਵ ਕਰ ਲਿਆ। ਮੈਂ ਕਿਹਾ ਯਾਰ ਮੈਨੂੰ ਹੁਣ ਤੁਸੀਂ ਰਿਟਰਨ ਦਿਓ ਵੀ ਇਹ ਚਾਬੀ ਦਾ ਸਿਸਟਮ ਕੀ ਹੈ ਕਿ ਮੈਂ ਹੁਣ ਪੁਲਿਸ 'ਚ ਜਾਣਾ। ਉਹਦੀ ਮੇਰੇ ਕੋਲ ਪੂਰੀ ਰਿਕਾਰਡਿੰਗ ਪਈ ਹੈ। ਅਤੇ ਇਹਨਾਂ ਨੇ ਫਿਰ ਕੀ ਕੀਤਾ ਮੇਰੇ ਕੋਲੋਂ, ਅਤੇ ਮੈਂ ਇਹ ਵੀ ਕਿਹਾ ਮੈਂ ਕਿ ਇਹਦੀ ਸੈਕਿੰਡ ਸਾਈਡ ਨਾ ਮੈਨੂੰ ਸਾਰੀ ਰੀਪੇਂਟਡ ਲੱਗਦੀ ਹੈ, ਜਿਹਦੀ ਮੇਰੀ ਕਮਿਊਨੀਕੇਸ਼ਨ ਟਾਟਾ ਨਾਲ ਪੂਰੀ ਕਲੀਅਰ ਹੈ। ਉਹਦੇ 'ਚ ਟਾਟਾ ਦੇ ਬੰਦੇ ਨੇ ਕਿਹਾ ਕਿ ਅਸੀਂ ਉਦੋਂ ਗੈਰੀਸਨ ਡੀਲਰਸ਼ਿਪ ਹੁੰਦੀ ਸੀ, ਹੁਣ ਬੰਦ ਹੋ ਗਈ ਹੈ, ਵੀ ਅਸੀਂ ਗੱਡੀ, ਇਹਨਾਂ ਦੇ ਬੰਦੇ ਨੇ ਕਿਹਾ ਮੈਨੂੰ WhatsApp 'ਤੇ ਕਿ ਅਸੀਂ ਕੋਈ ਨਹੀਂ ਟੈਨਸ਼ਨ ਨਾ ਲਓ, ਅਸੀਂ ਗੈਰੀਸਨ ਗੱਡੀ ਭੇਜ ਦਾਂਗੇ ਅਤੇ ਸੈਕਿੰਡ ਚਾਬੀ ਦਾ ਵੀ ਅਸੀਂ ਦੱਸਦੇ ਹਾਂ ਕੀ ਆ। ਇਹ ਗੱਲ ਦਾਦਾ 'ਤੇ ਪਹੁੰਚੀ। ਭਾਈ ਸਾਹਿਬ ਨੇ ਕੀ ਕੀਤਾ, ਅਗਲੇ ਦਿਨ ਮੇਰੇ ਕੋਲ ਆਏ ਬੰਦੇ, ਗੱਡੀ ਟੋ ਕਰਕੇ ਲੈ ਗਏ। ਹਰਮਨ ਮੁੰਡਾ ਇਹਨਾਂ ਦਾ, ਮੈਨੂੰ ਰਿਟਰਨ ਲਿਖ ਕੇ ਦੇ ਕੇ ਗਿਆ, ਉਹ ਗੱਡੀ ਮੇਰੇ ਤੋਂ ਟੋ ਕਰਕੇ ਲੈ ਗਿਆ। ਅਤੇ ਮੈਨੂੰ ਕਹਿੰਦੇ ਸਰ ਤੁਹਾਨੂੰ ਦੂਜੀ ਨਵੀਂ ਗੱਡੀ ਦੀ ਗੱਲ ਹੋ ਰਹੀ ਹੈ, ਤੁਹਾਨੂੰ ਨਵੀਂ ਗੱਡੀ ਮਿਲ ਜੂਗੀ। ਅਤੇ ਚਾਬੀ ਦਾ ਕੰਪਨੀ ਨੇ ਟਾਟਾ ਵਾਲਿਆਂ ਨੇ ਲਿਖ ਕੇ ਦਿੱਤਾ ਮੈਨੂੰ ਇਨ ਈਮੇਲ ਕਿ ਇਹ ਗੱਡੀ ਚਾਬੀ 5 ਮਹੀਨੇ ਪਹਿਲੇ ਜਦੋਂ ਗੱਡੀ ਲਈ ਸੀ ਉਦੋਂ ਦੀ ਚਾਬੀ ਇਹਨਾਂ ਕੋਲ ਪਈ ਹੈ, ਸਾਨੂੰ ਨਹੀਂ ਪਤਾ ਚਾਬੀ ਇਹਨਾਂ ਨੇ ਕਿਉਂ ਨਹੀਂ ਦਿੱਤੀ। ਇਹਨਾਂ ਨੂੰ ਪੁੱਛਿਆ, ਉਹ ਸਰ ਛੱਡੋ ਚਾਬੀ ਦਾ ਛੱਡੋ, ਹੁਣ ਜੋ ਹੋ ਗਿਆ ਹੋ ਗਿਆ, ਆਪਾਂ ਤੁਹਾਡਾ ਸੌਰਟ ਆਊਟ ਕਰ ਰਹੇ ਹਾਂ ਮੈਟਰ। ਮੈਨੂੰ ਇਹ ਫਿਰ ਮੈਂ ਐਂਡ 'ਤੇ ਪੁਲਿਸ ਬੁਲਾਈ, ਮੈਨੂੰ ਉੱਥੇ ਗਿਆ, ਇਹਨਾਂ ਨੇ ਮੈਨੂੰ ਘੇਰ ਲਿਆ। ਮੈਂ ਪੁਲਿਸ ਬੁਲਾਈ, ਮੇਰੇ ਕੋਲ ਉਹਦੀ ਵੀ RTI ਕਾਪੀ ਕਢਾਈ ਹੋਈ ਹੈ ਮੈਂ। ਪੁਲਿਸ ਆਈ, ਪੁਲਿਸ ਨੇ ਦੇ ਸਾਹਮਣੇ ਇਹਨਾਂ ਨੇ ਫੈਸਲਾ ਕੀਤਾ ਕਿ ਸਾਡੇ ਤੋਂ ਹੋ ਗਈ ਗਲਤੀ। ਟਾਟਾ ਵਾਲੇ ਵਿੱਚ ਬੈਠੇ ਸੀਗੇ ਕਿ ਇਹ ਗੱਡੀ ਜਦੋਂ ਵਿਕ ਗਈ, ਕੀ ਹੋਇਆ ਕੀ ਨਹੀਂ ਹੋਇਆ, ਐਕਸੀਡੈਂਟ ਹੋਇਆ, ਚਲੋ ਉਹ ਆਪਾਂ ਹੁਣ ਮਿੱਟੀ ਪਾਈਏ। ਮੈਂ ਕਿਹਾ ਪੁਲਿਸ ਵਾਲਿਆਂ ਦੇ ਸਾਹਮਣੇ ਮੈਂ ਕਿਹਾ ਇੱਕ ਵਾਰ ਗੱਡੀ ਅੱਗੇ ਤਾਂ ਲਿਆਓ, ਐਟਲੀਸਟ ਪਤਾ ਲੱਗੇ ਇਹ ਗੱਡੀ 'ਚ ਕੀ ਚੀਜ਼ਾਂ ਸੀਗੀਆਂ। ਖੈਰ ਇਹਨਾਂ ਨੇ ਰਿਟਰਨ ਦੇਤਾ ਮੈਨੂੰ ਕਿ ਆਹ ਗੱਡੀ ਅਸੀਂ ਵਾਪਸ ਲੈ ਰਹੇ ਹਾਂ, ਅਸੀਂ ਵੀ ਲੈ ਲਈ, ਜਿਹੜੀ ਲੈ ਚੁੱਕੇ ਆ ਪਿਛਲੇ ਦਿਨ ਤੋਂ, ਅਸੀਂ ਇਹਨਾਂ ਨੂੰ ਨਵੀਂ ਗੱਡੀ ਦੇ ਰਹੇ ਹਾਂ। ਤੁਸੀਂ ਇੱਕ ਬੈਂਕ 'ਚ ਜਾਓ, ਆਪਣਾ ਲੋਨ ਕਲੋਜ਼ ਕਰਾਓ ਅਤੇ ਸਾਡੇ ਕੋਲੋਂ ਆ ਕੇ RC ਦਿਓ ਅਤੇ ਅਸੀਂ ਤੁਹਾਡੀ ਤਦ ਤੱਕ ਗੱਡੀ ਬੁੱਕ ਕਰ ਲਈ। ਲਿਖ ਕੇ ਦਿੱਤਾ ਹੈ ਬਕਾਇਦਾ ਇਹਨਾਂ ਨੇ ਕਿ ਅਸੀਂ ਨਵੀਂ ਗੱਡੀ ਬੁੱਕ ਕਰਤੀ ਹੈ ਤੁਹਾਡੇ ਲਈ, ਰਿਟਰਨ ਦੇ ਕੇ ਵੀ ਪੁਰਾਣੀ ਗੱਡੀ ਅਸੀਂ ਲੈ ਲਈ ਆ। ਮੈਂ ਬੈਂਕ ਗਿਆ ਆਪਣੀ ਲੋਨ ਕਲੋਜ਼ਿੰਗ ਲਈ। ਲੋਨ ਕਲੋਜ਼ਿੰਗ ਦਾ ਮੈਂ ਫਾਰਮੈਲਿਟੀ ਜਿਹੜੀ ਸੀਗੀ ਅਜੇ ਉਹ ਚੱਲ ਰਹੀ ਸੀ ਫਾਰਮੈਲਿਟੀ। ਇਨ ਦਾ ਮੀਨ ਟਾਈਮ ਮੈਨੂੰ ਇੱਕ ਵਾਰ ਯਾਰ ਮੈਨੂੰ ਗੱਡੀ ਤਾਂ ਦਿਖਾਓ ਪਹਿਲੇ, ਕਿਉਂਕਿ ਬੈਂਕ ਨੇ ਕਿਹਾ 10 ਦਿਨ ਲੱਗ ਗਏ ਪ੍ਰੋਸੈਸ ਵਿੱਚ। ਮੈਂ ਕਿਹਾ ਯਾਰ ਮੈਨੂੰ 10 ਦਿਨ ਤੁਸੀਂ ਵੀ, ਬੈਂਕ ਵਾਲੇ ਕਹਿੰਦੇ ਜੀ ਇਹ ਸਾਨੂੰ ਕਹਿ ਰਿਹਾ ਵੀ ਅਜੇ ਅਸੀਂ ਵੀ ਗੱਡੀ ਤੁਹਾਡੀ ਬੁੱਕ ਹੋ ਰਹੀ ਹੈ, ਆ ਰਹੀ ਹੈ, ਤਦ ਤੱਕ ਤੁਸੀਂ ਸਲੋ ਕਰ ਦਿਓ ਪ੍ਰੋਸੈਸ। ਮੈਂ ਕਿਹਾ ਸਲੋ ਕੀ ਮਤਲਬ ਬਣਦਾ, ਯੂ ਡੂ ਯੂਅਰ ਪ੍ਰੋਸੈਸ, ਮੈਂ ਤੁਹਾਨੂੰ ਪੈਸਾ ਦੇਣ ਨੂੰ ਤਿਆਰ ਹਾਂ। ਉਹ ਗੱਡੀ ਮੇਰੀ ਖੜੀ ਹੈ, ਉਹ ਗੱਡੀ ਮੇਰੀ ਹੈ ਨਾ, ਉਹ ਗੱਡੀ ਤਾਂ ਖੜੀ ਹੈ, ਤੁਸੀਂ ਇਹ ਕੰਮ ਪੈਰਲਲੀ ਚਲਾਓ। ਉਹ ਚੀਜ਼ ਮੈਂ ਕਰ ਰਿਹਾ। ਮੈਂ ਇਹਨਾਂ ਕੋਲ ਗਿਆ, ਮੈਂ ਕਿਹਾ ਯਾਰ ਤੁਸੀਂ ਬੈਂਕ ਨੂੰ ਕਿਉਂ ਇੰਟਰਵੀਨ ਕਰ ਰਹੇ ਹੋ ਮੇਰੇ ਪ੍ਰੋਸੈਸ ਵਿੱਚ? ਮੈਂ ਕਿਹਾ ਜੀ ਇੰਨਾ ਹੀ ਹੈ ਨਾ, ਮੈਨੂੰ ਮੇਰੀ ਗੱਡੀ ਆ ਵਾਪਸ ਦੇ ਦਿਓ। ਉਹ ਮੈਂ ਪੈਰਲਲੀ ਪੁਲਿਸ 'ਚ ਜਾ ਰਿਹਾ, ਇਹ ਮੈਂ ਪੇਂਟ ਰੀਚੈੱਕ ਕਰਾਂਗਾ। ਕਹਿੰਦੇ ਉਹ ਗੱਡੀ ਤਾਂ ਤੁਹਾਨੂੰ ਮਿਲਣੀ ਨਹੀਂ। ਇਹਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਪੁਲਿਸ 'ਚ ਜਾਊਂਗਾ ਅਤੇ ਮੀਡੀਆ 'ਚ ਜਾਊਂਗਾ। ਇਹਨਾਂ ਨੇ ਕੀ ਕੀਤਾ, ਮੇਰੇ ਸਾਰੇ ਲੋਨ ਕਲੋਜ਼ਿੰਗ ਡਾਕੂਮੈਂਟ ਚੇਂਜ ਕਰਤੇ। ਖੁਦ ਨੀਰਜ, ਕੋਈ ਲੋਨ ਕੈਂਸਲੇਸ਼ਨ ਕਦੀ ਵੀ ਗੱਡੀ ਦਾ ਲੋਨ ਕੈਂਸਲ ਨਹੀਂ ਹੋ ਸਕਦਾ ਵਨਸ RC ਹੈਜ਼ ਬੀਨ ਇਸ਼ੂਡ। ਮੈਂ EMI ਦੇ ਚੁੱਕਾ ਸੀ 5 ਮਹੀਨੇ 'ਚ 2,10,000 ਰੁਪਏ। ਡਾਊਨ ਪੇਮੈਂਟ ਵੀ ਇਹਨਾਂ ਕੋਲ ਹੈਗੀ ਹੈ ਸਾਰੀ, ਪੁਰਾਣੀ ਗੱਡੀ ਵੀ ਇਹਨਾਂ ਕੋਲ ਹੈਗੀ ਹੈ ਮੇਰੀ, ਮਤਲਬ ਇੱਕ ਜਿਹੜੀ ਗੱਡੀ ਚੇਂਜ ਕਰਾਈ ਸੀਗੀ। ਇਹਨਾਂ ਨੇ ਕੀ ਕੀਤਾ, ਸ਼ੋਅ ਕੀਤਾ ਗੱਡੀ ਦਾ ਲੋਨ ਕਦ ਕੈਂਸਲ ਹੁੰਦਾ ਜਦ ਤੱਕ ਗੱਡੀ ਡਿਲੀਵਰ ਨਹੀਂ ਹੁੰਦੀ ਕੋਈ। ਮਤਲਬ ਤੁਸੀਂ ਬੁੱਕ ਗੱਡੀ ਕਰਾਈ, ਗੱਡੀ ਕੰਪਨੀ ਵੱਲੋਂ ਗੱਡੀ ਆਈ ਨਹੀਂ ਜਾਂ ਕਲਰ ਉਹ ਬਣਾਉਣਾ ਬੰਦ ਕਰਤਾ, ਤਾਂ ਤੁਸੀਂ ਲੋਨ ਸਪੋਜ਼ ਕੋ ਡਿਸਪਰਸ ਕਰਤਾ, ਤੁਸੀਂ ਕਹੋਗੇ ਲੋਨ ਕੈਂਸਲ ਕਰ ਦਿਓ, ਗੱਡੀ ਮਿਲੀ ਨਹੀਂ। ਜਦ ਵਨਸ ਗੱਡੀ ਦੀ RC ਬਣ ਗਈ, ਗੱਡੀ ਹੋ ਚੁੱਕੀ ਹੈ, ਕਦੀ ਲੋਨ ਕੈਂਸਲ ਨਹੀਂ ਹੁੰਦਾ। ਗੱਡੀ ਦੀ RC ਦੇ ਉੱਤੇ ਹਾਈਪੋਥੀਕੇਸ਼ਨ ਚੜੀ ਹੋਈ ਹੈ? ਹਾਈਪੋਥੀਕੇਸ਼ਨ ਚੜੀ ਹੋਈ ਹੈ, ਮੇਰੇ ਨਾਮ ਤੇ RC ਹੈ, RC ਮੇਰੇ ਕੋਲ ਹੈ। ਠੀਕ ਆ। ਇਹਨਾਂ ਨੇ ਕੀ ਕੀਤਾ, ਸੈਕਿੰਡ ਚਾਬੀ ਇਹਨਾਂ ਕੋਲ ਸੀ। ਇਹਨਾਂ ਨੇ ਫਾਈਨਲੀ ਕੀ ਕੀਤਾ, ਬੈਂਕ ਨਾ ਮੇਰੇ ਸਾਰੇ ਡਾਕੂਮੈਂਟ ਚੇਂਜ ਕਰਤੇ।
ਖੁਦ ਹੀ ਜਿੱਥੇ ਗਗਨਦੀਪ ਸਿੰਘ ਕੋਚਰ ਦੀ ਲੋੜ ਸੀ ਸਾਈਨ ਦੀ, ਆਪ ਸਾਈਨ ਕਰਤੇ। ਜਿੱਥੇ ਮਤਲਬ ਮੇਰੇ ਸਾਈਨ ਹੋਣੇ ਚਾਹੀਦੇ ਸੀਗੇ ਪਰ ਫੋਟੋ ਲੱਗਣੀ ਸੀ, ਉੱਥੇ ਕੋਈ ਨੀਰਜ ਪੇਸ਼ ਹੋਇਆ ਐਜ਼ ਅ ਬੋਰੋਅਰ। ਨੀਰਜ ਨੇ ਗਗਨਦੀਪ ਸਿੰਘ ਕੋਚਰ ਦੀ ਸਾਈਨ ਕੀਤੇ ਤੇ ਲੋਨ ਕੈਂਸਲ ਕਰਾਤਾ। ਉਸ ਤੋਂ ਬਾਅਦ ਇਹ ਪੋਸੀਬਲ ਹੈ ਇਸ ਤਰ੍ਹਾਂ ਦਾ? ਪੋਸੀਬਲ ਨਹੀਂ ਹੈ, ਕਾਨੂੰਨ 'ਚ ਪੋਸੀਬਲ ਹੀ ਨਹੀਂ ਹੈ ਚੀਜ਼। ਇਹ ਚੀਜ਼ ਮਤਲਬ ਤੁਸੀਂ ਅੱਜ ਤੱਕ ਹਿਸਟਰੀ 'ਚ ਲੋਨ ਕੈਂਸਲੇਸ਼ਨ ਦੀ ਕਲੀਅਰ ਕੰਡੀਸ਼ਨ ਹੈ ਅੰਟਿਲ ਇੱਕ ਆਰਸੀ ਨਹੀਂ ਬਣੀ ਨਾ ਗੱਡੀ ਦੀ। ਕੰਪਨੀ ਨੇ ਗੱਡੀ ਇੱਕ ਬਣਾਉਣੀ ਬੰਦ ਕਰਤੀ। ਤੁਸੀਂ ਸਪੋਜ਼ ਕਰੋ ਬੁੱਕ ਕਰਾਈ ਹੋਈ ਹੈ ਗੱਡੀ, ਇੱਕ 5 ਮਹੀਨੇ ਉਹਦੀ ਵੇਟਿੰਗ ਹੈ, 6 ਮਹੀਨੇ ਵੇਟਿੰਗ ਹੈ, ਤਦ ਤੱਕ ਪਤਾ ਲੱਗਾ ਜੀ ਕੰਪਨੀ ਨੇ ਆਹ ਕਲਰ ਬਣਾਉਣਾ ਬੰਦ ਕਰਤਾ, ਠੀਕ ਹੈ, ਜਾਂ ਆਹ ਮਾਡਲ ਬਣਾਉਣਾ ਬੰਦ ਕਰਤਾ, ਤਾਂ ਉਸ ਕੇਸ ਤੁਸੀਂ ਲੋਨ ਪਹਿਲੇ ਅਪਲਾਈ ਕੀਤਾ ਹੋਇਆ ਉਹ ਕੈਂਸਲ ਹੋ ਜਾਊਗਾ। ਵਾਂਸ ਇੱਕ ਵਾਰ ਗੱਡੀ ਡਿਲੀਵਰ ਹੋ ਗਈ ਉਸ ਤੋਂ ਬਾਅਦ ਲੋਨ ਕੈਂਸਲ ਨਹੀਂ ਹੁੰਦਾ। ਲੋਨ ਜੇ ਮਤਲਬ ਕਲੋਜ਼ ਹੋਊਗਾ ਉਹ ਵੀ ਮੇਰੇ ਕਹਿਣ 'ਤੇ ਹੋਊਗਾ। ਕੋਈ ਹੋਰ ਬੰਦਾ ਜਾ ਕੇ ਇਹਨਾਂ ਨੇ ਇੱਕ ਸ਼ੋਅ ਕੀ ਕੀਤਾ ਕਿ ਇਹ ਗੱਡੀ ਕਦੀ ਡਿਲੀਵਰੀ ਨਹੀਂ ਕੀਤੀ ਬੰਦੇ ਨੂੰ, ਇਹ ਗੱਡੀ ਕਦੀ ਇਹਨਾਂ ਨੂੰ ਡਿਲੀਵਰੀ ਨਹੀਂ ਹੋਈ। ਚੋਰੀ ਲੁਕਾਉਣ ਵੀ ਗੱਡੀ ਨਹੀਂ ਅਸੀਂ ਕਦੀ ਡਿਲੀਵਰ ਕੀਤੀ ਇਹਨਾਂ ਨੂੰ। ਇਹ ਤਾਂ ਅਜੇ ਜਿਹੜੀ ਐਕਸੀਡੈਂਟਲ ਗੱਡੀ ਦੀ ਗੱਲ ਕਰ ਰਹੇ ਆ, ਇਹ ਕਦੀ ਡਿਲੀਵਰ ਇਹਨਾਂ ਨੂੰ ਹੋਈ ਨਹੀਂ ਹੈਗੀ ਗੱਡੀ ਤਾਂ ਅਸੀਂ ਇਹਨਾਂ ਨੂੰ ਡਿਲੀਵਰ ਕਰਨੀ ਆ ਫਰੈਸ਼। ਉਹ ਮਤਲਬ ਇਹ ਲੋਨ ਕੈਂਸਲ ਕਰਨਗੇ, ਨਵਾਂ ਇਸ਼ੂ ਕਰਨਗੇ, ਮਤਲਬ ਨਵਾਂ ਲੋਨ ਇਸ਼ੂ ਹੋਊਗਾ। ਨਹੀਂ ਜਿਹੜਾ ਤੁਸੀਂ ਉਹਨੂੰ ਈਐਮ ਭਰੀਆਂ 5 ਉਹ ਕਿੱਥੋਂ ਆ ਗਈਆਂ? ਉਹ ਵਿੱਚ ਤੁਸੀਂ ਉਹ ਇਹੀ ਹੈ ਨਾ ਕਿ ਉਹਦੇ 'ਚ ਇਹਨਾਂ ਨੇ ਕੀ ਕੀਤਾ, ਉਸ ਤੋਂ ਬਾਅਦ ਬੈਂਕ ਨੇ ਬਾਕੀ 1,40,000 ਕੱਟ ਕੇ ਮੈਨੂੰ ਭੇਜਤਾ ਵੀ ਜਿਹੜੇ 70,000 ਤੁਹਾਡਾ ਇੰਟਰਸਟ ਕੱਟ ਲਿਆ। ਨਹੀਂ, ਇੰਟਰਸਟ ਵੀ ਤੁਸੀਂ ਕੱਟ ਲਿਆ, ਕਿਸ ਗੱਲ ਦਾ ਕੱਟ ਲਿਆ? ਇੰਟਰਸਟ ਵੀ ਗਿਆ ਹੋਇਆ। ਹੁਣ ਇਹ ਬੈਂਕ ਨੂੰ ਇਹ ਨਹੀਂ ਪਤਾ ਕਿ ਇਹ ਕਲੋਜ਼ਿੰਗ ਇਹ ਮਤਲਬ ਕਿੱਦਾਂ ਹੋ ਗਿਆ ਪ੍ਰੋਸੈਸ। ਜਦੋਂ ਹੁਣ ਅਸੀਂ ਕੋਰਟ ਵਿੱਚ ਗਏ, ਅਸੀਂ ਪਹਿਲੇ ਪੁਲਿਸ 'ਚ ਗਏ, ਓਬਵੀਅਸਲੀ ਦਾਦਾ ਇੱਕ ਬਹੁਤ ਵੱਡਾ ਨਾਮ, ਅਤੇ ਇਹਨਾਂ ਦਾ ਤੁਸੀਂ ਚੈੱਕ ਕਰੋਗੇ ਹਿਸਟਰੀ ਹੈ, ਤੁਸੀਂ ਨੈੱਟ 'ਤੇ ਤੁਹਾਨੂੰ 5 ਸਾਲ ਪੁਰਾਣੀ ਵੀਡੀਓ ਵੀ ਮਿਲ ਜਾਣੀ ਹੈ, 10 ਸਾਲ ਪੁਰਾਣੀ ਵੀਡੀਓ ਵੀ ਮਿਲ ਜਾਣੀ ਹੈ, ਸੇਮ ਇਹੋ ਜਿਹੀ ਚੀਜ਼ ਪੁਰਾਣੀ ਗੱਡੀ ਡਿਲੀਵਰ ਕੀਤੀ ਹੈ। ਉਸ ਤੋਂ ਬਾਅਦ ਉਹਦਾ ਕੀ ਹੋਇਆ? ਕੁਛ ਨਹੀਂ ਹੋਇਆ। ਬੰਦਾ ਪੁਲਿਸ 'ਚ ਗਿਆ, ਕੁਛ ਨਹੀਂ ਬਣਿਆ। ਇਹ ਸ਼ੇਰ ਵੱਡੇ ਸ਼ੇਰ ਬਣਦੇ ਗਏ। ਇੱਕ ਹੁੰਦੇ ਆ ਛੋਟੇ ਚੋਰ। ਨੋਰਮਲੀ ਜੇ ਛੋਟਾ ਇੱਕ ਚੋਰ ਆਪਾਂ ਫੜਦੇ ਹਾਂ, ਉਹ ਆਪਾਂ ਕਹਿੰਦੇ ਇਹਨੂੰ ਅੰਦਰ ਹੋਣਾ ਚਾਹੀਦਾ। ਇਹ ਵੱਡੇ ਚੋਰ ਆ, ਇਹਨਾਂ ਨੂੰ ਦਾ ਮਤਲਬ ਆਪਾਂ ਨੈਕਸਟ ਲੈਵਲ 'ਤੇ ਲੈ ਕੇ ਜਾ ਰਹੇ ਹਾਂ। ਸਰ ਹੁਣ ਐਂਡ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਕਾਰਵਾਈ ਕਰਨਾ ਚਾਹੁੰਦੇ ਹੋ? ਮੇਰੀ ਇੱਕੋ ਹੀ ਮੰਗ ਹੈ। ਦੇਖੋ ਮੈਂ ਤਾਂ ਕੋਰਟਸ ਦੇ ਵਿੱਚ ਆਪਾਂ ਆਨਰੇਬਲ ਕੋਰਟ ਕੋਲ ਚਲੇ ਗਏ ਆ, ਕੋਰਟ ਨੇ ਫੈਸਲਾ ਕਰਨਾ, ਜੋ ਕਰਨਾ ਕੋਰਟਸ ਨੇ ਹੁਣ ਕਾਰਵਾਈ ਸ਼ੁਰੂ ਕਰਤੀ ਹੈ। ਇਹਨਾਂ ਅਗੇਂਸਟ ਫਰੇਮ ਕਰਤੇ ਆ ਚਾਰजेस 420, 465, 470, 471 ਸਾਰੇ ਨਾਨ ਅਵੇਲੇਬਲ ਇਸ਼ੂ ਕਰਤੇ ਆ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਉਹ ਵੀ ਫਾਈਲ ਕੀਤੀ ਹੈ, ਜਿਹੜੇ ਸੈਕਸ਼ਨ ਹੈ 406, 420, 465, 467, 468, 471, 506 ਸਾਰੇ ਨਾਨ ਅਵੇਲੇਬਲ ਵਾਰੰਟਸ ਆ। ਮਤਲਬ ਉਹਨਾਂ ਨੇ ਕੋਰਟ ਨੇ ਇਹਨਾਂ ਨੂੰ ਅਕਿਊਜ਼ਡ ਮੰਨ ਲਿਆ, ਇਹ ਸਾਰੇ ਦੇ ਆਰ ਅਕਿਊਜ਼ਡ, ਤੇ ਹੁਣ ਕੋਰਟ ਇਜ਼ ਡੂਇੰਗ ਦ ਰੈਸਟ। ਇੱਕ ਸਾਡੇ ਤੇ ਨਵੀਂ ਗੱਡੀ ਤੁਹਾਨੂੰ ਦੇਣੀ ਸੀ, ਤੁਹਾਨੂੰ ਮਿਲੀ ਕਿ ਨਹੀਂ ਮਿਲੀ? ਮੈਨੂੰ ਕੋਲ ਕੋਈ ਗੱਡੀ ਨਹੀਂ ਹੈ। ਮੇਰੇ ਕੋਲ ਮੇਰੀ ਆਪਣੀ ਗੱਡੀ ਜਿਹੜੀ ਸੀਗੀ, ਜਿਹੜੀ ਘਰ ਪਹਿਲੇ ਗੱਡੀ ਸੀ ਐਕਸਚੇਂਜ ਵਾਲੀ, ਉਹ ਵੀ ਗਈ, ਡਾਊਨ ਪੇਮੈਂਟ ਵੀ ਗਈ, ਨਵੀਂ ਗੱਡੀ ਜਿਹੜੀ ਸੀ ਉਹ ਵੀ ਗਈ, ਵਿਆਜ ਵੀ ਦਿੱਤਾ, ਸਰ ਵਿਆਜ ਵੀ ਦਿੱਤਾ, 2 ਸਾਲ ਦੀ ਟੈਨਸ਼ਨਾਂ ਵੀ ਲੈ ਰਹੇ ਆ ਪੂਰੀਆਂ। ਪਰ ਇਹ ਹੈ ਕਿ ਮੇਰਾ ਇੱਕ ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਜੇ ਤਾਂ ਦੇਖੋ ਜੇ ਅਸੂਲ ਇਹ ਹੈ ਨਾ, ਜੋ ਛੋਟੇ ਚੋਰ ਆ ਉਹ ਵੀ ਫੜੇ ਜਾਂਦੇ ਆ, ਉਹਨਾਂ ਤੋਂ ਵੀ ਰਿਕਵਰੀ ਹੋ ਜਾਂਦੀ ਹੈ, ਉਹਨਾਂ ਨੂੰ ਆਪਾਂ ਛੱਡ ਦਿਓ। ਜਾਂ ਫਿਰ ਜੇ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਨਹੀਂ ਛੱਡਣਾ, ਆਪਾਂ ਉਹਨਾਂ ਨੂੰ ਛੱਡਤਾ ਉਹ ਹੋਰ ਚੋਰੀਆਂ ਕਰਨਗੇ, ਤਾਂ ਵੱਡੇ ਚੋਰਾਂ ਲਈ ਵੀ ਇਹੀ ਹੋਣਾ ਚਾਹੀਦਾ ਮੇਰੇ ਮੁਤਾਬਿਕ। ਜਿਵੇਂ ਪਹਿਲੇ ਆਪਣੇ ਦਾਦਾ ਜੀ ਬਾਰੇ ਤਾਂ ਆਪਾਂ ਪੁੱਛਿਆ ਕਿ ਉਹਨਾਂ ਨੇ ਸਕੂਟਰ ਵਗੈਰਾ ਵੀ ਬਲੈਕ 'ਚ ਲਏ ਸੀਗੇ, ਉਹ ਵੱਡੇ ਚੋਰ ਕਿੱਦਾਂ ਬਣੇ? ਇਹੀ ਚੀਜ਼ ਹੈ ਕਿ ਮੈਂ ਚਾਹੁੰਦਾ ਇਹ ਜਿਹੜੀ ਛੋਟੀ ਚੀਜ਼ ਇੱਥੇ, ਇਹ ਵੱਡੀ ਜਿਹੜੀ ਚੀਜ਼ ਛੋਟੇ ਲਈ ਲਾਗੂ ਹੁੰਦੀ ਹੈ ਵੱਡਿਆਂ ਲਈ ਹੈ। ਕੋਰਟਸ 'ਤੇ ਪੂਰਾ ਵਿਸ਼ਵਾਸ ਹੈ ਸਾਨੂੰ। ਸਰ ਇਹ ਤੇ ਗਲਤੀ ਕਿਹਦੀ ਮੰਨਦੇ ਹੋ ਤੁਸੀਂ, ਮਾਲਕ ਦੀ ਮੰਨਦੇ ਹੋ ਜਾਂ EMPLOYE ਦੀ ਜਿਹਨੇ ਤੁਹਾਨੂੰ ਸਹੀ? ਮਾਲਕ ਦੀ। ਮੇਰੀ ਸੂਰਜ ਦਾਦਾ ਨਾਲ ਤੇ ਰਿਸ਼ੀ ਦਾਦਾ ਨਾਲ ਮੇਰੀ ਈਮੇਲ ਕਮਿਊਨੀਕੇਸ਼ਨ ਹੈ ਔਨ ਦਾ ਸਪੌਟ। ਤੁਸੀਂ ਸੂਰਜ ਦਾਦਾ ਹੀ ਸੀਗਾ ਉੱਥੇ, ਸੂਰਜ ਦਾਦਾ ਜਿਹਦੇ ਨੇ ਹੀ ਕਿਹਾ ਸੀਗਾ। ਉਸ ਤੋਂ ਬਾਅਦ ਪੁਲਿਸ ਦੇ ਸਾਹਮਣੇ ਵੀ ਸੂਰਜ ਦਾਦਾ ਤੇ ਰਿਸ਼ੀ ਦਾਦਾ ਹਮੇਸ਼ਾ ਅਵੇਲੇਬਲ ਸੀਗੇ। ਮੈਨੂੰ ਜਿੰਨੀਆਂ ਈਮੇਲ ਆਈਆਂ ਰਿਸ਼ੀ ਦਾਦਾ ਤੇ ਉਹਨਾਂ ਤੋਂ ਆਈਆਂ, ਨਾਲੇ ਤੁਸੀਂ ਖੁਦ ਸਿਆਣੇ ਹੋ। ਹੁਣ ਜੇ ਲੋਨ ਇਹਨਾਂ ਨੇ ਬੈਂਕ 'ਚ ਜਾ ਕੇ ਪੈਸਾ ਲੋਨ ਕੈਂਸਲ ਕਰਾਇਆ, ਠੀਕ ਹੈ, ਇਹਨਾਂ ਨੇ ਪੈਸਾ ਬੈਂਕ ਨੂੰ ਵਾਪਸ ਦਿੱਤਾ, ਲੋਨ ਦਾ ਇੰਟਰਸਟ ਮੈਂ ਦਿੱਤਾ ਹੋਇਆ ਉਹ ਮੈਂ ਦੇਤਾ, ਇਹਨਾਂ ਨੇ ਜਿੰਨਾ ਪੈਸਾ ਇਹਨਾਂ ਨੂੰ ਮਿਲਿਆ ਸੀ ਨਾ ਬੈਂਕ ਤੋਂ ਉਹ ਵਾਪਸ ਦੇ ਆਏ। ਇਹ ਰਿਸ਼ੀ ਦਾਦਾ ਦਊਗਾ, EMPLOYE ਆਪਣੀ ਜੇਬ ਤੋਂ ਥੋੜ੍ਹਾ ਪੈਸਾ ਦਊਗਾ। ਮੇਰਾ ਜਿਹੜਾ ਪੈਸਾ ਉਹ ਕਿੱਥੇ ਗਿਆ? ਉਹ ਇਹਨਾਂ ਕੋਲ ਪਿਆ। ਇਹ ਕਹਿੰਦੇ ਉਹ ਪਿਆ ਫॉर ਨਿਊ ਗੱਡੀ ਪਿਆ ਤੁਹਾਡੇ, ਨਵੀਂ ਗੱਡੀ ਜਦੋਂ ਤੋਂ ਤੁਹਾਨੂੰ ਡਿਲੀਵਰ ਹੀ ਨਹੀਂ ਕੀਤੀ। ਉਹ ਬਾਈ ਮੇਰੇ ਤੋਂ ਆਰਸੀ ਦੀ ਮੇਰੇ ਨਾਮ ਤੇ ਕਿੱਦਾਂ ਬਣ ਗਈ? ਕਿਹਨੇ ਬਣਾਈ ਹੈ ਮੇਰੇ ਨਾਮ ਤੇ ਆਰਸੀ? ਇਹਨਾਂ ਨੇ ਬਣਾਈ ਹੈ। ਮੈਂ ਆਰਸੀ ਵਾਲਿਆਂ ਨੂੰ ਕੋਈ ਪੈਸੇ ਨਹੀਂ ਦਿੱਤੇ, ਮੈਂ ਉਹਨਾਂ ਨੂੰ ਪੈਸੇ ਦਿੱਤੇ, ਇਹਨਾਂ ਨੇ ਆਰਸੀ ਬਣਵਾ ਕੇ ਦਿੱਤੀ ਹੈ ਨਾ ਮੈਨੂੰ। ਜੇ ਗੱਡੀ ਮੈਨੂੰ ਡਿਲੀਵਰ ਹੀ ਨਹੀਂ ਕੋਈ ਹੋਈ, ਆਰਸੀ ਕਿਹਨੇ ਬਣਾਤੀ? ਮੇਰੇ ਕੋਲ ਸਾਰੇ ਪ੍ਰੂਫ ਕਿਵੇਂ ਪਏ ਆ ਕਿ ਮੇਰੇ ਕੋਲ ਗੱਡੀ ਆ ਰਹੀ ਹੈ, ਜਾ ਰਹੀ ਹੈ, ਸਭ ਕੁਝ ਕਿੱਦਾਂ। ਤੇ ਹੁਣ ਬਾਕੀ ਗੱਲ ਹਾਂਜੀ ਐਡਵੋਕੇਟ ਸਾਹਿਬ ਜੀ। ਸਰ ਆਪਣਾ ਨਾਮ ਪਹਿਲਾਂ ਸ਼ੁਰੂ ਕਰੀਏ ਸਰ। ਜੀ ਮੈਂ ਗੁਰਪ੍ਰੀਤ ਸਿੰਘ ਸੈਣੀ ਐਡਵੋਕੇਟ ਹੈ ਜੀ। ਮੈਂ ਜਿਹੜੇ ਪ੍ਰੈਜ਼ੈਂਟ ਕੇਸ ਦੇ ਕੰਪਲੇਨੈਂਟ ਹੈ ਗਗਨਦੀਪ ਸਿੰਘ ਕੋਚਰ, ਉਹਨਾਂ ਦਾ ਲਾਇਰ ਹੈ ਜੀ ਸਰ। ਗਗਨਦੀਪ ਸਿੰਘ ਕੋਚਰ ਮੇਰੇ ਕੋਲ ਆਏ ਸੀ ਇਹ ਲੈ ਕੇ ਵੀ ਹਾਂਜੀ ਕਿ ਗੱਡੀ ਜਿਹੜੀ ਆ ਦਾਦਾ ਮੋਟਰ ਨੇ ਇਹਨਾਂ ਨੂੰ ਡਿਲੀਵਰ ਕੀਤੀ ਤੇ ਗੱਡੀ ਦਾ ਇਸ਼ੂ ਸੀਗਾ। ਗੱਡੀ ਦੇ ਇਸ਼ੂ ਦੇ ਰਿਗਾਰਡਿੰਗ ਇਹਨਾਂ ਨੇ ਪੁਲਿਸ ਕੰਪਲੇਂਟ ਤਿਆਰ ਕੀਤੀ ਔਰ ਪੁਲਿਸ ਕੰਪਲੇਂਟ ਜਦੋਂ CP ਸਾਹਿਬ ਨੂੰ ਦਿੱਤੀ ਹੈ, CP ਸਾਹਿਬ ਤੋਂ ਉਹ EO ਵਿੰਗ ਮਾਰਕ ਹੋਈ ਆ, ਉੱਥੇ ਉਹਦੀ ਪ੍ਰੋਸੀਡਿੰਗ ਚੱਲੀਆਂ।
ਜਦੋਂ ਪ੍ਰੋਸੀਡਿੰਗ ਚੱਲੀਆਂ ਉੱਥੇ ਕੰਪਲੇਨੈਂਟ ਗਗਨਦੀਪ ਸਿੰਘ ਕੋਚਰ ਦੇ ਸਾਹਮਣੇ ਇੱਕ ਨਵੀਂ ਚੀਜ਼ ਆਈ ਵੀ ਬੈਂਕ ਦੇ ਕੁਝ ਡਾਕੂਮੈਂਟ ਜਿਹੜੇ ਕਿ ਅਕਿਊਜ਼ਡ ਕਹਿ ਲਈਏ ਆਪਾਂ ਰਿਸ਼ੀ ਦਾਦਾ, ਸੂਰਜ ਦਾਦਾ ਅਤੇ ਬਾਕੀ ਜਿਹੜੇ ਅਕਿਊਜ਼ ਸੀਗੇ ਉਹਨਾਂ ਵੱਲੋਂ ਜਦੋਂ ਉੱਥੇ ਬਿਆਨ ਦਿੱਤੇ ਗਏ, ਉਹਨਾਂ ਨੇ ਬੈਂਕ ਦੇ ਕੁਝ ਡਾਕੂਮੈਂਟਸ ਦੀਆਂ ਕਾਪੀਜ਼ ਉੱਥੇ ਜਿਹੜੀਆਂ ਕਿ ਪ੍ਰੋਵਾਈਡ ਕਰਵਾਈਆਂ। ਉਹ ਬੈਂਕ ਦੀਆਂ ਕਾਪੀਜ਼ ਜਦੋਂ ਅਸੀਂ ਉੱਥੇ ਬੈਠੇ ਉਹਨਾਂ ਕੋਲੇ ਜਾ ਕੇ ਗਗਨਦੀਪ ਜੀ ਦੇ ਨਾਲ ਮੈਂ ਔਰ ਬੀਇੰਗ ਅ ਕੌਂਸਲ ਔਰ ਬੀਇੰਗ ਅ ਫਰੈਂਡ ਨਾਲ ਗਏ ਉੱਥੇ ਜਾ ਕੇ ਅਸੀਂ ਦੇਖਿਆ ਸਾਰਾ, ਅਤੇ ਉਹ ਦੇਖਿਆ ਬੈਂਕ ਦੇ ਕੁਝ ਡਾਕੂਮੈਂਟ ਵੀ ਦੇਖ ਕੇ ਹੈਰਾਨ ਹੋ ਗਏ ਵੀ ਲੋਨ ਕੈਂਸਲ ਕਿੱਦਾਂ ਹੋ ਗਿਆ, ਜਦ ਕਿ ਲੋਨ ਕੈਂਸਲ ਉਦੋਂ ਹੁੰਦਾ ਆ ਜੋ ਪਹਿਲਾਂ ਦੱਸ ਚੁੱਕੇ ਨੇ ਵੀ ਜਦੋਂ ਗੱਡੀ ਦੀ ਡਿਲੀਵਰੀ ਰੁਕ ਜਾਂਦੀ ਹੈ ਜਾਂ ਗੱਡੀ ਆਉਣੀ ਬੰਦ ਹੋ ਜਾਂਦੀ ਹੈ ਜਾਂ ਗੱਡੀ ਦਾ ਮਾਡਲ ਬੰਦ ਹੋ ਜਾਂਦਾ ਆ, ਲੋਨ ਪ੍ਰੋਸੈਸਿੰਗ 'ਚ ਹੁੰਦਾ ਆ, ਉਸ ਤੋਂ ਬਾਅਦ ਜਿਹੜਾ ਕਿ ਲੋਨ ਕੈਂਸਲ ਹੁੰਦਾ ਆ। ਵਨਸ ਲੋਨ ਜਦੋਂ ਇੱਕ ਵਾਰੀ ਇਸ਼ੂ ਹੋ ਗਿਆ, ਲੋਨ ਖਾਤੇ 'ਚ ਚਲਾ ਗਿਆ, ਬੈਂਕ ਨੇ ਪੇ ਕਰਤਾ, ਉਹ ਕਦੇ ਕੈਂਸਲ ਨਹੀਂ ਹੋ ਸਕਦਾ, ਇਹ ਆਪਾਂ ਸਭ ਨੂੰ ਪਤਾ ਹੈ। ਜਦੋਂ ਉਹ ਚੀਜ਼ ਸਾਹਮਣੇ ਆਈ ਸਮਹਾਓ ਉੱਥੇ ਇਹਨਾਂ ਨੇ ਦਾਦਾ ਮੋਟਰ ਵਾਲਿਆਂ ਨੇ ਆਪਣਾ ਇਨਫਲੂਐਂਸ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਲੁਧਿਆਣੇ ਦੇ ਬਹੁਤ ਵੱਡੇ ਡੀਲਰ ਨੇ ਔਰ ਪੁਰਾਣੇ ਡੀਲਰ ਨੇ, ਇਹਨਾਂ ਨੇ ਆਪਣਾ ਯੂਜ਼ ਕਰਕੇ ਪ੍ਰੈਸ਼ਰ ਵਗੈਰਾ ਜੋ ਵੀ ਸੀ ਇਹਨਾਂ ਦਾ, ਇਹਨਾਂ ਨੇ ਜੀ ਉਹ ਪੁਲਿਸ ਕੇਸ ਦੇ ਵਿੱਚ ਕਾਰਵਾਈ ਬੰਦ ਕਰਵਾਤੀ। ਦੈਨ ਉਸ ਤੋਂ ਬਾਅਦ ਅਸੀਂ ਗਗਨਦੀਪ ਜੀ ਨਾਲ ਜਾ ਕੇ RTI ਦੇ ਥੱਲੇ ਡਾਕੂਮੈਂਟਸ ਲਏ। ਜਦੋਂ ਡਾਕੂਮੈਂਟਸ RTI ਦੇ ਥੱਲੇ ਦੇਅਰ ਆਫਟਰ ਅਸੀਂ ਆਨਰੇਬਲ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰਤੀ ਔਰ ਉਸ ਕੰਪਲੇਂਟ ਦੇ ਵਿੱਚ ਉਹਨਾਂ ਬੰਦਿਆਂ ਨੂੰ ਬੀਇੰਗ ਅਕਿਊਜ਼ਡ ਜਿਹੜਾ ਆ ਅਸੀਂ ਰੱਖ ਕੇ ਆਨਰੇਬਲ ਕੋਰਟ ਦੇ ਵਿੱਚ ਮੈਸਰਸ ਦਾਦਾ ਮੋਟਰ ਪ੍ਰਾਈਵੇਟ ਲਿਮਟਿਡ, ਸੂਰਜ ਦਾਦਾ, ਰਿਸ਼ੀ ਦਾਦਾ ਅਤੇ ਹਿਮਾਂਸ਼ੂ ਬੱਸੀ, ਦੀਪਕ ਛਾਬੜਾ, ਰਿਤੇਸ਼, ਇਹ ਜਿਹੜੇ ਹੈਗੇ ਨੇ ਜੀ ਰਿਸ਼ੀ ਦਾਦਾ ਤੱਕ ਹੈਗੇ ਨੇ ਆਪਣੇ ਦਾਦਾ ਮੋਟਰ, ਰੈਸਟ ਜਿਹੜੇ ਹੈਗੇ ਨੇ ਹਿਮਾਂਸ਼ੂ ਬੱਸੀ, ਦੀਪਕ ਛਾਬੜਾ, ਰਿਤੇਸ਼ ਖਾਰਾ ਐਂਡ ਇਹ ਹੈਗੇ ਜੀ ਵਿਵੇਕ ਸ਼੍ਰੀਵਾਸਤਵਾ, ਇਹ ਸਾਰੇ ਹੈਗੇ ਆ ਟਾਟਾ ਮੋਟਰ ਦੇ। ਔਰ ਉਸ ਤੋਂ ਇਲਾਵਾ ਜਿਹੜਾ ਨੀਰਜ ਸ਼ਰਮਾ ਜਿਹਨੇ ਕਿ ਗਗਨਦੀਪ ਜੀ ਦੇ ਜਾਲੀ ਸਾਈਨ ਕਰਕੇ, ਉਹ ਦਾਦਾ ਮੋਟਰ ਦਾ EMPLOYEE ਹੈ ਜੀ, ਉਹਦਾ ਨਾਮ ਵੀ ਵਿੱਚ ਸੀਗਾ। ਇਹਨਾਂ ਨੂੰ ਜਿਹੜਾ ਕਿ ਅਸੀਂ ਲਾ ਕੇ ਕੋਰਟ ਦੇ ਵਿੱਚ ਕੰਪਲੇਂਟ ਮੂਵ ਕਰਤੀ ਔਰ ਉਸ ਕੰਪਲੇਂਟ ਦੀਆਂ ਪ੍ਰੋਸੀਡਿੰਗ ਚੱਲੀਆਂ। ਜਦੋਂ ਪਹਿਲੀ ਗਵਾਹੀ ਗਗਨਦੀਪ ਸਿੰਘ ਕੋਚਰ ਦੀ ਬਤੌਰ ਕੰਪਲੇਨੈਂਟ ਹੋਈ, ਉਸ ਤੋਂ ਬਾਅਦ ਕੋਰਟ ਦੇ ਵਿੱਚ ਅਸੀਂ ਇੱਕ ਗਵਾਹ ਜਿਹੜੇ ਕਿ HDFC ਬੈਂਕ ਦੇ EMPLOYEE, ਜਿਹੜਾ ਕਿ ਬੈਂਕ ਤੋਂ ਜਿੱਥੇ ਉਹਨਾਂ ਦਾ ਲੋਨ ਹੋਇਆ ਸੀਗਾ, ਉਹ ਹੈ ਜੀ ਆਪਣਾ HDFC ਬ੍ਰਾਂਚ ਢੋਲੇਵਾਲ ਲੁਧਿਆਣਾ, ਜਿਹੜੀ ਮੇਨ ਬ੍ਰਾਂਚ ਆ ਉੱਥੇ, ਉਹਨਾਂ ਤੋਂ ਇਹਨਾਂ ਦਾ ਜਿਹੜਾ ਲੋਨ ਅਕਾਊਂਟ ਨੰਬਰ ਹੈ, ਲੋਨ ਅਕਾਊਂਟ ਹੈਗਾ ਜੀ 97809199 ਡੇਟਡ 15/3/21। ਅਸੀਂ ਉਹਦੀ ਫਾਈਲ ਕੋਰਟ ਦੇ ਵਿੱਚ ਸਮਨ ਕੀਤੀ ਖਰਚਾ ਭਰਾ ਕੇ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ ਆ ਕੰਪਲੇਂਟ ਕੇਸ ਦੇ ਵਿੱਚ ਵੀ ਜਦੋਂ ਕਿਸੇ ਆਫੀਸ਼ੀਅਲ ਵਿਟਨੈਸ ਨੂੰ ਜਾਂ ਕਿਸੇ ਬੈਂਕ ਦੇ EMPLOYEE ਨੂੰ ਬੁਲਾਉਣਾ ਹੁੰਦਾ ਰਿਕਾਰਡ ਦੇ ਨਾਲ, ਤਾਂ ਉੱਥੇ ਖਰਚਾ ਜਮ੍ਹਾਂ ਕਰਾ ਕੇ ਵਿਦ ਪਰਮਿਸ਼ਨ ਆਫ ਆਨਰੇਬਲ ਕੋਰਟ ਅਸੀਂ ਕੋਰਟ ਦੇ ਵਿੱਚ ਉਹਨੂੰ ਸਮਨ ਕਰ ਸਕਦੇ ਹਾਂ। ਉਹਨਾਂ ਨੂੰ ਸਮਨ ਕੀਤਾ ਅਤੇ ਬਤੌਰ ਗਵਾਹ HDFC ਬੈਂਕ ਦੇ ਇੱਕ ਗੁਰਪ੍ਰੀਤ ਸਿੰਘ ਜਿਹੜੇ ਕਿ ਮੈਨੇਜਰ ਸੀਗੇ, ਉਹ ਆਏ। CW2 ਉਹ ਹੈਗੇ ਜੀ ਆਪਰੇਸ਼ਨਲ ਮੈਨੇਜਰ HDFC ਬੈਂਕ ਬ੍ਰਾਂਚ ਮੇਨ ਹੈੱਡ ਆਫਿਸ ਢੋਲੇਵਾਲ ਲੁਧਿਆਣਾ। ਉਹ ਆਏ, ਉਹ ਆਪਣੇ ਨਾਲ ਜਿਹੜਾ ਅਸੀਂ ਹੁਣ ਲੋਨ ਅਕਾਊਂਟ ਮੈਂ ਤੁਹਾਨੂੰ ਦੱਸ ਕੇ ਹਟਿਆ ਇਹਨਾਂ ਦਾ ਚੱਲ ਰਿਹਾ ਸੀ, ਉਹਦੀ ਪੂਰੀ ਦੀ ਪੂਰੀ ਅਸਲ ਫਾਈਲ ਨਾਲ ਲੈ ਕੇ ਆਏ ਕੋਰਟ ਦੇ ਵਿੱਚ। ਜਦੋਂ ਕੋਰਟ ਦੇ ਵਿੱਚ ਉਹਨਾਂ ਦੀ ਗਵਾਹੀ ਸ਼ੁਰੂ ਹੋਈ, ਗਵਾਹੀ ਦੇ ਦੌਰਾਨ ਉਸੇ ਫਾਈਲ ਦੇ ਵਿੱਚ ਡਾਕੂਮੈਂਟਸ ਲੱਗੇ ਹੋਏ ਸੀ ਜਿਨ੍ਹਾਂ ਦੇ ਉੱਪਰ ਗਗਨਦੀਪ ਸਿੰਘ ਕੋਚਰ ਜਿਹੜੇ ਸਾਡੇ ਫਰੈਂਡ ਨੇ, ਇਹਨਾਂ ਦੇ ਜਾਲੀ ਸਾਈਨ ਕਰਕੇ ਬੈਂਕ ਦੇ ਵਿੱਚ ਸਬਮਿਟ ਕੀਤੇ ਗਏ ਸੀ ਔਰ ਬੈਂਕ ਦਾ ਜਿਹੜਾ ਲੋਨ ਕੈਂਸਲ ਕਰਵਾਇਆ ਗਿਆ ਸੀ, ਜਿਹੜਾ ਕਿ RBI ਦੀ ਗਾਈਡਲਾਈਨਸ ਤੋਂ ਹੀ ਪਰੇ ਹੈ, ਜਿਹੜਾ ਕਿ ਪ੍ਰੋਸੀਜਰਲ ਹੈ ਹੀ ਨਹੀਂ, ਪ੍ਰੋਸੀਜਰ ਤੋਂ ਬਿਲਕੁਲ ਅਲੱਗ ਇੱਕ ਕਹਿ ਲਓ ਡੈਰੋਗੇਟਰੀ ਤਰੀਕੇ ਦੇ ਨਾਲ, ਜਾਂ ਕਹਿ ਲਓ ਇੱਕ ਆਪਣੀ ਦਬੰਗਾਈ ਸ਼ੋਅ ਕਰਨ ਲਈ ਇਹ ਸਾਰਾ ਕੁਝ ਕਰਕੇ ਵੀ ਲੋਨ ਕੈਂਸਲ ਕਰਵਾਤਾ। ਔਰ ਉਹ ਡਾਕੂਮੈਂਟ ਅਸੀਂ ਕੋਰਟ ਦੇ ਵਿੱਚ ਜਦੋਂ ਦੇਖੇ ਤਾਂ ਜੱਜ ਸਾਹਿਬ ਨੂੰ ਇੱਕ ਰਿਟਨ ਐਪਲੀਕੇਸ਼ਨ ਦਿੱਤੀ ਵੀ ਜੱਜ ਸਾਹਿਬ ਇਹ ਓਰੀਜਨਲ ਫਾਈਲ ਕੋਰਟ ਦੇ ਵਿੱਚ ਆ ਚੁੱਕੀ ਹੈ, ਜੇ ਇਹ ਫਾਈਲ ਕੋਰਟ ਤੋਂ ਬਾਹਰ ਚਲੀ ਗਈ, ਕੁਝ ਵੀ ਜਿੱਦਾਂ ਪਹਿਲਾਂ ਹੁਣ ਉਹਨਾਂ ਨੇ ਸਾਈਨ ਕਰਕੇ ਚੀਜ਼ਾਂ ਬਦਲੀਆਂ ਨੇ, ਹੋ ਸਕਦਾ ਵੀ ਜੇ ਕੋਰਟ ਦੇ ਵਿੱਚੋਂ ਇਹ ਫਾਈਲ ਵਾਪਸ ਚਲੀ ਗਈ ਤਾਂ ਹੋ ਸਕਦਾ ਕੋਈ ਹੋਰ ਨਵੀਂ ਚੀਜ਼ ਕਰ ਦਿੰਦੇ ਨੇ। ਕੋਰਟ ਨੇ ਆਰਡਰ ਕਰਕੇ ਓਰੀਜਨਲ ਫਾਈਲ ਜਿਹੜੀ ਕਿ ਕੋਰਟ ਫਾਈਲ ਦੇ ਉੱਤੇ ਲਗਵਾ ਲਈ। ਔਰ ਆਹ ਦੇਖੋ ਡਾਕੂਮੈਂਟ ਮੈਂ ਤੁਹਾਨੂੰ ਦਿਖਾਊਂਗਾ, ਆਹ ਡਾਕੂਮੈਂਟ ਹੈ ਜਿਹੜਾ ਕਿ ਸ਼ੁਰੂਆਤੀ, ਜਿਹੜਾ ਕਿ ਸਾਨੂੰ ਪਹਿਲਾ ਡਾਕੂਮੈਂਟ ਜਾਲੀ ਉੱਥੋਂ ਮਿਲਿਆ, ਇਹ ਹੈ ਜੀ ਕਸਟਮਰ ਰਿਕੁਐਸਟ ਕਮ ਐਕਨੋਲਜਮੈਂਟ ਸਲਿੱਪ ਬੈਂਕ ਕਾਪੀ। ਇਹਦੇ ਉੱਤੇ ਬੈਂਕ ਲੋਨ ਨੰਬਰ ਇਹਨਾਂ ਦਾ ਹੈ ਜੀ, ਬੈਂਕ ਦਾ ਜਿਹੜਾ ਲੋਨ ਅਕਾਊਂਟ ਹੈ ਉਹਦਾ ਨੰਬਰ ਹੈ ਜੀ ਗਗਨਦੀਪ ਸਿੰਘ ਕੋਚਰ ਲਿਖਿਆ ਹੋਇਆ।
ਹੁਣ ਸਰ ਦੇਖਣਗੇ, ਤੁਸੀਂ ਕਲੋਜ਼ ਕਰੋਗੇ, ਥੋੜਾ ਜਿਹਾ ਜ਼ੂਮ ਕਰੋਗੇ, ਸਿਗਨੇਚਰ ਆਫ ਬੋਰੋਅਰ ਐਂਡ ਕੋ ਬੋਰੋਅਰ। ਹੁਣ ਸਰ ਇੱਥੇ ਜਿਹੜੇ ਸਾਈਨ ਹੈ ਨੀਰਜ ਦੇ ਆ, ਨਾ ਤਾਂ ਨੀਰਜ ਬੋਰੋਅਰ ਆ, ਨਾ ਕੋ ਬੋਰੋਅਰ ਆ, ਨਾ ਹੀ ਇਹਨਾਂ ਦਾ ਆਥੋਰਾਈਜ਼ਡ ਪਰਸਨ ਹੈ ਵੀ ਜਿਹੜਾ ਕਿ ਇਹਨਾਂ ਨੇ ਕਿਹਾ ਹੋਵੇ ਵੀ ਹਾਂਜੀ ਮੈਂ ਨੀਰਜ ਨੂੰ ਆਥੋਰਾਈਜ਼ ਕਰਦਾ, ਕੋਈ ਲੈਟਰ ਦਿੱਤੀ, ਨਥਿੰਗ। ਉਸ ਤੋਂ ਬਾਅਦ ਸਰ ਨੀਰਜ ਨੇ ਇੱਕ ਜਗ੍ਹਾ ਤੇ ਨਹੀਂ, ਆ ਫਾਈਲ ਪੂਰੀ ਫਾਈਲ ਹੈ ਜੀ, ਹਰ ਜਗ੍ਹਾ ਤੇ ਜਾਲੀ ਸਾਈਨ ਕਰਕੇ HDFC ਬੈਂਕ ਦੇ ਵਿੱਚ ਦੇ ਕੇ ਆਪਣਾ ਆਧਾਰ ਕਾਰਡ, ਇਹ ਨੀਰਜ ਨੇ ਆਪਣਾ ਆਧਾਰ ਕਾਰਡ ਵੀ ਲਗਾ ਕੇ ਬੈਂਕ ਦੇ ਵਿੱਚ ਰਿਕੁਐਸਟ ਪਾਤੀ ਵੀ ਗਗਨਦੀਪ ਸਿੰਘ ਕੋਚਰ ਦਾ ਲੋਨ ਕੈਂਸਲ ਕੀਤਾ ਜਾਵੇ, ਜਿਹੜਾ ਕਿ ਬਿਲਕੁਲ ਇਲੀਗਲ ਐਕਟ ਹੈ। ਸਰ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਸਾਈਨ ਜਾਲੀ ਹੈ, ਤੁਸੀਂ ਚੈੱਕ ਕਰੋ ਜੀ, ਉਹ ਤੇ ਮੈਂ ਆ ਰਿਹਾ। ਜਦੋਂ ਇਹ ਰਿਕਾਰਡ ਓਰੀਜਨਲ ਮੈਂ ਦੱਸ ਰਿਹਾ ਸੀਗਾ ਵੀ ਜੱਜ ਸਾਹਿਬ ਨੇ ਔਨ ਰਿਕਾਰਡ ਉਹਨੂੰ ਪ੍ਰੀਜ਼ਰਵ ਕਰ ਲਿਆ ਵੀ ਹਾਂਜੀ ਉਸ ਅਸਲ ਫਾਈਲ ਕੋਰਟ ਦੇ ਫਾਈਲ ਦੇ ਨਾਲ ਅਟੈਚ ਕਰਤੀ। ਦੈਨ ਦੇਅਰ ਆਫਟਰ ਅਸੀਂ ਐਪਲੀਕੇਸ਼ਨ ਮੂਵ ਕੀਤੀ ਵੀ ਹੈਂਡਰਾਈਟਿੰਗ ਐਕਸਪਰਟ ਦੀ ਗਵਾਹੀ ਕਰਾਉਣ ਲਈ, ਔਰ ਹੈਂਡਰਾਈਟਿੰਗ ਐਕਸਪਰਟ ਜਿਹੜੇ ਬਤੌਰ ਗਵਾਹ CW3 ਵਰੁਣ ਗਗਨੇਜਾ ਜੀ ਜਿਹੜੇ ਹੈਗੇ ਨੇ ਉਹ ਆਏ। ਉਹਨਾਂ ਨੇ ਕੋਰਟ ਦੇ ਵਿੱਚ ਆ ਕੇ, ਕਿਉਂਕਿ ਸਾਡੀ ਐਪਲੀਕੇਸ਼ਨ ਅਲਾਉ ਹੋ ਚੁੱਕੀ ਸੀਗੀ, ਕੰਪਲੇਨੈਂਟ ਗਗਨਦੀਪ ਸਿੰਘ ਕੋਚਰ ਕੋਰਟ ਦੇ ਵਿੱਚ ਮੌਜੂਦ ਸੀ, ਉਹਨਾਂ ਨੇ ਐਪਲੀਕੇਸ਼ਨ ਦੇ ਕੇ ਵੀ ਮੈਂ ਕੰਪਲੇਨੈਂਟ ਦੇ ਜੈਨੂਅਨ ਸਾਈਨ ਹੈ ਜਿਹੜੇ ਔਨਰੇਬਲ ਕੋਰਟ ਦੀ ਹਾਜ਼ਰੀ ਵਿੱਚ ਅੰਦਰ ਹੀ ਕਰਵਾਉਣਾ ਚਾਹੁੰਦਾ, ਔਰ ਉਹਨਾਂ ਨੇ ਕੋਰਟ ਦੀ ਹਾਜ਼ਰੀ ਦੇ ਵਿੱਚ ਗਗਨਦੀਪ ਸਿੰਘ ਕੋਚਰ ਦੇ ਸੈਂਪਲ ਸਿਗਨੇਚਰ ਜਿਹੜੇ ਆ ਉਹ ਲਏ। ਦੈਨ ਦੇਅਰ ਆਫਟਰ ਜਿਹੜੇ ਅਸਲ ਫਾਈਲ ਪਈ ਸੀਗੀ ਅੰਦਰ ਕੋਰਟ ਦੇ ਵਿੱਚ, ਉਸ ਤੋਂ ਫੋਟੋਗ੍ਰਾਫਸ ਲਈਆਂ ਵਿਦ ਡਿਊ ਪਰਮਿਸ਼ਨ ਆਫ ਔਨਰੇਬਲ ਕੋਰਟ। ਫੋਟੋਗ੍ਰਾਫਸ ਲੈ ਕੇ ਉਹਨਾਂ ਨੇ ਇੱਕ ਆਪਣੀ ਡਿਟੇਲ ਰਿਪੋਰਟ ਤਿਆਰ ਕੀਤੀ। ਇਹ ਮੈਂ ਤੁਹਾਨੂੰ ਦਿਖਾ ਰਿਹਾ ਜੀ। ਹੁਣ ਸਰ ਦੇਖੋ, ਆਹ ਸਾਈਨ ਹੈ ਜਿਹੜੇ, ਇਹ ਗਗਨਦੀਪ ਸਿੰਘ ਕੋਚਰ ਦੇ ਅਸਲੀ ਸਾਈਨ ਨੇ। ਓਕੇ, ਆਹ ਸਾਈਨ ਤੁਸੀਂ, ਹੁਣ ਆਪਾਂ ਐਕਸਪਰਟ ਨਹੀਂ ਹੈਗੇ ਲੇਕਿਨ ਆਪਾਂ ਨੂੰ ਵੀ ਨੰਗੀ ਅੱਖ ਨਾਲ ਪਤਾ ਲੱਗ ਰਿਹਾ ਆ ਇਸ ਸਾਈਨ ਦੇ ਵਿੱਚ ਔਰ ਇਸ ਸਾਈਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਇਸੇ ਤਰੀਕੇ ਨਾਲ ਉਹਨਾਂ ਨੇ ਜਿਹੜੇ ਅਲੱਗ-ਅਲੱਗ ਡਾਕੂਮੈਂਟ ਸਾਰੇ ਕਰਕੇ ਬਕਾਇਦਾ ਤੌਰ ਤੇ ਉਹਨਾਂ ਨੇ ਘੱਟੋ ਘੱਟ ਇਹ ਆਹ ਦੇਖੋ ਨੰਬਰ ਆਫ ਫੋਟੋਗ੍ਰਾਫਸ ਉਹਨਾਂ ਨੇ ਲਈਆਂ ਨੇ ਜਿਹੜੇ ਕਿ ਬੈਂਕ ਦੇ ਡਾਕੂਮੈਂਟਸ ਦੇ ਵਿੱਚੋਂ, ਤੇ ਪਲੱਸ ਇਹਨਾਂ ਦੇ ਜਿਹੜੇ ਅਸਲ ਸਿਗਨੇਚਰ ਸੀਗੇ ਉਹਨਾਂ ਨੇ ਆਪਣੀ ਇੱਕ ਡਿਟੇਲ ਰਿਪੋਰਟ ਤਿਆਰ ਕਰਕੇ ਕੋਰਟ 'ਚ ਸਬਮਿਟ ਕੀਤੀ। ਇਹ ਰਿਪੋਰਟ ਉਹਨਾਂ ਦੀ ਹੈ ਜੀ। ਉਹਦੇ ਵਿੱਚ ਉਹਨਾਂ ਨੇ ਕਲੀਅਰ ਲਿਖਿਆ ਵੀ ਜਿਹੜੇ ਸਿਗਨੇਚਰ ਹੈ ਡਿਸਪਿਊਟਡ ਕਾਪੀ ਕੀਤੇ ਗਿਆ ਪ੍ਰੋਡਕਟ ਆਫ ਪ੍ਰੈਕਟਿਸਡ ਕਾਪੀਡ ਫੋਰਜਰੀ। ਬਕਾਇਦਾ ਤੌਰ ਤੇ ਇੱਕ ਐਕਸਪਰਟ ਕਹਿ ਰਿਹਾ ਇਹ ਕੋਰਟ ਦੇ ਵਿੱਚ ਆਪਣਾ, ਉਹਨਾਂ ਨੇ ਬਕਾਇਦਾ ਤੌਰ ਤੇ ਇਹ 15 ਪੰਨਿਆਂ ਦੀ ਆਪਣੀ ਰਿਪੋਰਟ ਉਹਨਾਂ ਨੇ ਫਾਈਲ ਕੀਤੀ ਇਸ ਕੇਸ ਦੇ ਵਿੱਚ। ਉਸ ਤੋਂ ਬਾਅਦ ਫਿਰ ਪਤਾ ਲੱਗਿਆ ਵੀ ਹਾਂਜੀ ਇਹ ਜਿਹੜੇ ਇਹਨਾਂ ਦੇ ਸਾਈਨ ਕੋਰਟ ਨੂੰ ਪਲੱਸ ਸਾਨੂੰ ਵੀ ਕਲੀਅਰ ਹੋ ਗਿਆ ਉੱਥੇ ਕੋਰਟ ਦੇ ਅੰਦਰ ਵੀ ਹਾਂ ਵਾਕਈ ਹੀ ਇਹਨਾਂ ਦੇ ਜਾਲੀ ਸਾਈਨ ਕਰਕੇ ਇਹਨਾਂ ਦਾ ਜਿਹੜਾ ਲੋਨ, ਇਹ ਧੋਖਾਧੜੀ ਇਕੱਲੀ ਇਹਨਾਂ ਨਾਲ ਨਹੀਂ ਹੋਈ, ਇਹ ਧੋਖਾਧੜੀ ਤੁਸੀਂ ਦੇਖੋ ਵੀ ਬੈਂਕ ਦੇ ਨਾਲ ਵੀ ਹੈ। ਸਰ ਕੀ ਪਤਾ ਬੈਂਕ ਵਾਲੇ ਵੀ ਨਾਲ ਮਿਲੇ ਹੋਣ। ਸਰ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਦੇਖੋ ਲੇਟਰ ਔਨ, ਕਿਉਂਕਿ ਹੁਣ ਕੋਰਟ ਨੇ ਜਦੋਂ ਇਹ ਸਾਰਾ ਕੁਝ ਹੋਇਆ, ਕੋਰਟ ਨੇ ਔਨ ਦਾ ਬੇਸਿਸ ਆਫ ਦੀ ਆ ਜਿਹੜੇ ਐਵੀਡੈਂਸ ਜਿੰਨਾ ਮੈਂ ਤੁਹਾਨੂੰ ਦੱਸਿਆ ਆ, ਉਸ ਬੇਸ ਦੇ ਉੱਤੇ ਔਨਰੇਬਲ ਕੋਰਟ ਨੇ ਇਹਨਾਂ ਜਿੰਨੇ ਮੁਲਜ਼ਮ ਨੇ ਜਿਨ੍ਹਾਂ ਦਾ ਤੁਹਾਨੂੰ ਮੈਂ ਪਹਿਲਾਂ ਨਾਮ ਦੱਸਿਆ ਆ, ਇਹ ਦਾਦਾ ਮੋਟਰ, ਸੂਰਜ ਦਾਦਾ, ਰਿਸ਼ੀ ਦਾਦਾ, ਹਿਮਾਂਸ਼ੂ ਬੱਸੀ, ਦੀਪਕ ਛਾਬੜਾ, ਰਿਤੇਸ਼ ਖਹਿਰਾ ਤੇ ਵਿਵੇਕ ਸ਼੍ਰੀਵਾਸਤਵਾ ਐਂਡ ਨੀਰਜ, ਉਹਨਾਂ ਨੂੰ ਸਰ ਇਹਨਾਂ ਨੇ ਔਨਰੇਬਲ ਕੋਰਟ ਨੇ ਸੰਮਨ ਕਰਤਾ, ਜਿੱਦਾਂ ਕਿ ਕੰਪਲੇਂਟ ਕਹਿੰਦੇ ਆਪਾਂ, ਕੰਪਲੇਂਟ ਦੇ ਤੌਰ ਜਿਹੜੇ ਕੰਪਲੇਂਟ ਕੇਸ ਦੇ ਵਿੱਚ ਆਰਡਰ ਹੈਗਾ ਜੀ 20/4/2023 ਦਾ। ਔਰ ਔਨਰੇਬਲ ਕੋਰਟ ਨੇ ਸਾਰੇ ਸਬੂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦੇ ਬੰਦੇ, ਇਹ ਜਿੰਨੇ ਮੁਲਜ਼ਮ ਹੈ ਇਹਨਾਂ ਨੂੰ 406, 420, 465, 467, 468, 471, 506, 120 ਵੀ IPC ਦੇ ਅੰਡਰ ਬਤੌਰ ਐਕਿਊਜ਼ਡ ਸੰਮਨ ਕਰ ਲਿਆ। ਕਦੋਂ ਇਸ ਦਾ ਸਾਹਮਣਾ ਕੀਤਾ ਹੈ? ਇਹ ਸਰ ਕੰਪਲੇਂਟ ਕੇਸ ਹੈ। ਇਸ ਕੇਸ ਦੇ ਵਿੱਚ ਉਹਨਾਂ ਨੇ ਸੰਮਨ ਇਹਨਾਂ ਦੇ ਖਿਲਾਫ ਇਸ਼ੂ ਕਰਤੇ ਵੀ ਹਾਂਜੀ ਵੀ ਇਹ ਕੰਪਲੇਂਟ ਕੇਸ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਸਰ, ਵੀ ਜਦੋਂ ਕੋਰਟ ਨੂੰ ਪਤਾ ਲੱਗਦਾ ਵੀ ਪ੍ਰਾਈਮਾ ਫੇਸ਼ੀ ਜਿਹੜਾ ਕੇਸ ਦੇ ਵਿੱਚ ਐਵੀਡੈਂਸ ਆ ਚੁੱਕਿਆ ਆ ਔਰ ਇੱਕ ਪੁਖਤਾ ਸਬੂਤ ਜਿਹੜਾ ਕਿ ਐਕਸਪਰਟ ਦੀ ਰਿਪੋਰਟ ਆ ਗਈ, ਉਸ ਤੋਂ ਬਾਅਦ ਔਨਰੇਬਲ ਕੋਰਟ ਨੇ ਕਿਹਾ ਵੀ ਸਫੀਸ਼ੀਐਂਟ ਗਰਾਊਂਡ ਟੂ ਪ੍ਰੋਸੀਡ ਫਰਦਰ ਵਿਦ ਐਕਿਊਜ਼ਡ ਨੰਬਰ 1 to 8, ਯਾਨੀ ਕਿ 8 ਐਕਿਊਜ਼ਡ ਨੂੰ ਉਹਨਾਂ ਨੇ ਸੰਮਨ ਕਰਕੇ ਕੋਰਟ ਦੇ ਵਿੱਚ ਮੁਲਜ਼ਮ ਕਰਾਰ ਦੇ ਕੇ ਉਹਨਾਂ ਨੂੰ ਸੰਮਨ ਇਸ਼ੂ ਕਰਤਾ। ਜੇਰ ਧਾਰਾ 406, 420, 465, 467, 68, 71, 506। ਜਦੋਂ ਸਰ ਉਹਨਾਂ ਨੇ ਸਮਨਿੰਗ ਇਸ਼ੂ ਕਰਤੀ, ਦੈਨ ਦੇਅਰ ਆਫਟਰ ਸਮਨਿੰਗ ਹੋਣ ਤੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂਜੀ ਸਮਨਿੰਗ ਇਸ਼ੂ ਹੋ ਗਈ, ਇਹਨਾਂ ਨੇ ਬੇਲ ਮੂਵ ਕੀਤੀ। ਇਹਨਾਂ ਨੇ ਬੇਲ ਮੂਵ ਕੀਤੀ ਔਨਰੇਬਲ ਕੋਰਟ ਸ਼੍ਰੀ ਅਮਰਿੰਦਰਪਾਲ ਸਿੰਘ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ, ਵਾਈਡ ਬੇਲ ਐਪਲੀਕੇਸ਼ਨ ਨੰਬਰ 6062/2023। ਇਹ ਹੈ ਜੀ ਕਾਪੀ ਉਹਦੀ ਬੇਲ ਆਰਡਰ ਦੀ।
ਸਰ ਇਹਨਾਂ ਨੇ ਜਦੋਂ ਬੇਲ ਐਪਲੀਕੇਸ਼ਨ ਆਪਣੀ ਮੂਵ ਕੀਤੀ, ਬੇਲ ਐਪਲੀਕੇਸ਼ਨ ਮੂਵ ਕਰਨ ਤੋਂ ਬਾਅਦ ਆਨਰੇਬਲ ਕੋਰਟ ਦੇ ਸਾਹਮਣੇ ਇਹਨਾਂ ਨੂੰ ਪਹਿਲਾਂ ਇੱਕ ਇੰਟਰਮ ਬੇਲ ਮਿਲ ਗਈ। ਇੰਟਰਮ ਬੇਲ ਕੀ ਹੁੰਦਾ, ਜਦੋਂ ਇੱਕ ਲੀਗਲ ਪ੍ਰੋਸੀਜਰ ਦੇ ਵਿੱਚ ਜਦੋਂ ਆਪਾਂ ਇੱਕ ਐਂਟੀਸਪੇਟਰੀ ਮੂਵ ਕਰਦੇ ਹਾਂ ਔਨ ਦੀ ਬੇਸਿਸ ਆਫ ਐਪਲੀਕੇਸ਼ਨ, ਆਨਰੇਬਲ ਕੋਰਟ ਇੱਕ ਇੰਟਰਮ ਬੇਲ ਦੇ ਦਿੰਦੀ ਹੈ ਵੀ ਤੁਸੀਂ ਜਾ ਕੇ ਕੋਰਟ ਦੇ ਵਿੱਚ ਇਨਵੈਸਟੀਗੇਸ਼ਨ ਜੁਆਇਨ ਕਰੋ ਜਾਂ ਪ੍ਰੋਸੀਡਿੰਗ ਜੁਆਇਨ ਕਰੋ। ਇਹਨਾਂ ਦੀ ਇੰਟਰਮ ਬੇਲ ਗ੍ਰਾਂਟ ਹੋਈ। ਇੰਟਰਮ ਬੇਲ ਗ੍ਰਾਂਟ ਹੋਣ ਤੋਂ ਬਾਅਦ ਜਦੋਂ ਪਹਿਲੀ ਡੇਟ ਜਿਹੜੀ ਟ੍ਰਾਇਲ ਕੋਰਟ ਦੀ ਸੀਗੀ, ਇਹਨਾਂ ਨੇ ਬੇਲ ਭਰਾਤੀ, ਜਦੋਂ ਕਿ ਬਤੌਰ ਕਾਨੂੰਨ ਆਪਾਂ ਸਾਰੇ ਜਾਣਦੇ ਹਾਂ ਵੀ ਜਦੋਂ ਕਿਸੇ ਦੀ ਬੇਲ ਹੋ ਜਾਂਦੀ ਹੈ ਤਾਂ ਪਹਿਲੀ ਪੇਸ਼ੀ ਤੇ ਮੁਲਜ਼ਮ ਨੂੰ ਹਾਜ਼ਰ ਹੋਣਾ ਪੈਂਦਾ। ਬਟ ਇਹਨਾਂ ਬੰਦਿਆਂ ਦੀ ਇਹਨਾਂ ਬੰਦਿਆਂ ਦੀ ਨਜ਼ਰਾਂ ਦੇ ਵਿੱਚ ਕਾਨੂੰਨ ਦੀ ਇੰਨੀ ਅਹਿਮੀਅਤ ਹੈ ਵੀ ਇਹ ਲੋਕੀ ਉਸ ਤਰੀਕ ਤੇ ਹਾਜ਼ਰ ਨਹੀਂ ਹੋਏ, ਐਗਜ਼ੈਂਪਸ਼ਨ ਮੂਵ ਕਰਤੀ। ਔਰ ਐਗਜ਼ੈਂਪਸ਼ਨ ਮੂਵ ਕਰਨ ਤੋਂ ਬਾਅਦ ਜਦੋਂ ਫਿਰ ਉਸ ਤੋਂ ਬਾਅਦ ਬੇਲ ਅੱਗੇ ਪੈਂਡਿੰਗ ਸੀਗਾ ਬੇਲ ਦਾ ਕੇਸ ਆਨਰੇਬਲ ਕੋਰਟ ਦੇ ਵਿੱਚ, ਉਦੋਂ ਬਹਿਸ ਹੋਈ, ਅਸੀਂ ਆਪਣਾ ਪੱਖ ਰੱਖਿਆ, ਕੋਚਰ ਸਾਹਿਬ ਕੰਪਲੇਨੈਂਟ ਵੀ ਉੱਥੇ ਸੀਗੇ, ਸਾਡੀ ਲੀਗਲ ਟੀਮ, ਅਸੀਂ ਆਪਣਾ ਪੱਖ ਰੱਖਿਆ, ਆਪਣੇ ਸਬੂਤ ਜੋ ਮੈਂ ਤੁਹਾਨੂੰ ਦੱਸਿਆ ਵੀ ਹਾਂਜੀ ਇੱਕ ਇਸ ਤਰ੍ਹਾਂ ਐਕਸਪਰਟ ਦਾ ਹੋ ਚੁੱਕਿਆ, ਇਹਦੇ ਵਿੱਚ ਟੈਸਟਿੰਗ ਹੋ ਗਈ ਔਰ ਇੱਦਾਂ ਕਰਕੇ ਬੈਂਕ ਦੇ EMPLOYE ਨੇ ਆ ਕੇ ਸਾਰਾ ਕੁਝ ਦੱਸਿਆ। ਔਰ ਬੈਂਕ EMPLOYE ਨੂੰ ਸਪੈਸੀਫਿਕ ਕੋਰਟ ਦੇ ਵਿੱਚ ਤੁਹਾਡੇ ਸਾਰਿਆਂ ਦੇ ਮਨ 'ਚ ਵੀ ਹੋਏਗਾ ਵੀ ਬੈਂਕ EMPLOYE ਕਿੱਦਾਂ ਕਹਿ ਸਕਦਾ। ਬੈਂਕ EMPLOYE ਨੂੰ ਪੁੱਛਿਆ ਗਿਆ ਵੀ ਇਹ ਜਿਹੜੀ ਫਾਈਲ ਤੁਹਾਡੇ ਕੋਲੇ ਤਿਆਰ ਹੋ ਕੇ ਆਈ ਹੈ ਇਹ ਤੁਹਾਨੂੰ ਕਿਹਨੇ ਦਿੱਤੀ ਹੈ। ਉਹਨੇ ਬਕਾਇਦਾ ਤੌਰ 'ਤੇ ਤੁਸੀਂ ਸਾਡੇ ਕੋਲੇ ਸਰਟੀਫਾਈਡ ਕਾਪੀਆਂ ਨੇ ਉਹਦੇ ਬਿਆਨਾਂ ਦੀਆਂ, ਉਹ ਕਹਿ ਰਿਹਾ ਵੀ ਸਾਡੀ ਬ੍ਰਾਂਚ ਦੇ ਵਿੱਚ ਜਿਹੜੀ ਵੀ ਇਹ ਫਾਈਲ ਆਉਂਦੀ ਹੈ ਕਿਸੇ ਵਹੀਕਲ ਦੀ, ਦਾਦਾ ਮੋਟਰ ਵਾਲੇ ਆਪ ਉਹਨਾਂ ਦਾ ਤਿਆਰ ਕਰਵਾ ਕੇ ਭੇਜਦੇ ਨੇ। ਔਰ ਬਕਾਇਦਾ ਹੁਣ ਸਰ ਗੱਲ ਕਰਦੇ ਆ ਵੀ ਹਾਂਜੀ ਦਾਦਾ ਮੋਟਰ ਵਾਲਿਆਂ ਦੀ ਵੀ ਨੀਰਜ ਨਾਲ ਵੀ ਉਹਨਾਂ ਦੀ ਬੇਲ ਐਪਲੀਕੇਸ਼ਨ ਦੱਸ ਰਹੀ ਹੈ ਸਰ, ਉਹਨਾਂ ਨੇ ਖੁਦ ਰਿਸ਼ੀ ਦਾਦਾ, ਸੂਰਜ ਦਾਦਾ ਤੇ ਨੀਰਜ ਸ਼ਰਮਾ ਇਹਨਾਂ ਤਿੰਨਾਂ ਨੇ ਬੇਲ ਅਪਲਾਈ ਕੀਤੀ ਹੈ। ਜੇ ਕਹੀਏ EMPLOYE ਦਾ ਕਸੂਰ ਹੈ ਫਿਰ ਇਹਨਾਂ ਨੇ ਉਹਨੂੰ ਆਪਣੇ ਨਾਲ ਬੇਲ ਫਾਈਲ ਕਿਉਂ ਕਰਵਾਈ, ਇੱਕੋ ਐਪਲੀਕੇਸ਼ਨ ਦੇ ਵਿੱਚ ਸ਼ਮੂਲੀਅਤ ਕਰਵਾਈ। ਔਰ ਸਰ ਇਹ ਬੇਲ ਐਪਲੀਕੇਸ਼ਨ ਇਹਨਾਂ ਦੀ ਮਿਤੀ 20/5/2023 ਨੂੰ ਆਨਰੇਬਲ ਕੋਰਟ ਸ਼੍ਰੀ ਅਮਰਿੰਦਰਪਾਲ ਸਿੰਘ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਨੇ ਡਿਸਮਿਸ ਕਰਤੀ। ਨਾਓ ਅੱਜ ਦੀ ਡੇਟ ਦੇ ਵਿੱਚ ਵੀ ਉਹ ਜਿਹੜੇ ਕਿ ਉਹਨਾਂ ਦੀ ਬੇਲ ਕੈਂਸਲ ਹੋ ਚੁੱਕੀ ਹੈ ਔਰ ਉਹਨਾਂ ਦੇ ਸਿਰ ਦੇ ਉੱਤੇ ਗ੍ਰਿਫਤਾਰੀ ਦੀ ਜਿਹੜੀ ਤਲਵਾਰ ਹੈ ਅੱਜ ਦੀ ਡੇਟ ਦੇ ਵਿੱਚ ਵੀ ਲਟਕ ਰਹੀ ਹੈ। ਨੈਕਸਟ ਸਰ ਕਦੋਂ ਹੀਅਰਿੰਗ ਦੀ ਹੈ? ਇਹ ਸਰ ਨੈਕਸਟ ਡੇਟ ਹੀਅਰਿੰਗ ਦੀ ਹੈਗੀ ਹੈ ਜੀ, ਇਹਦੇ ਵਿੱਚ 31/5 ਹੈ ਜੀ, ਕੱਲ੍ਹ ਦੀ ਜੀ ਸਰ। ਕਿਉਂਕਿ ਇਹਨਾਂ ਨੇ ਸਰ ਜਿਹੜਾ ਹੁਣ ਸਾਨੂੰ ਪਤਾ ਲੱਗਿਆ ਹੈ ਵੀ ਸ਼ਾਇਦ ਆਨਰੇਬਲ ਹਾਈ ਕੋਰਟ ਦੇ ਵਿੱਚ ਇਹ ਮੂਵ ਕਰਨਗੇ ਆਪਣੀ ਬੇਲ ਐਪਲੀਕੇਸ਼ਨ ਜਾਂ ਕਰ ਦਿੱਤੀ ਹੈ। ਤੁਸੀਂ ਫਰੋਡ ਦੇ ਚੱਕਰ 'ਚ ਕੀਤਾ ਜਾਂ ਬਿਲਕੁਲ ਸਰ, ਕਿਉਂਕਿ ਦੂਜਾ ਇਹ ਕੰਜ਼ਿਊਮਰ ਕੋਰਟ ਵੀ ਜਾਣਗੇ ਨਹੀਂ ਸਰ, ਇਹਦੇ ਵਿੱਚ ਇਹ ਆ ਜਿਹੜਾ ਕੰਜ਼ਿਊਮਰ ਵਾਲਾ ਇਸ਼ੂ ਹੈ, ਕੰਜ਼ਿਊਮਰ ਵਾਲਾ ਇਸ਼ੂ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਸਰ। ਕੰਜ਼ਿਊਮਰ ਵਾਲਾ ਇਸ਼ੂ ਇਸੇ ਵਿੱਚ ਨਹੀਂ ਹੈ, ਇਹਦੇ ਵਿੱਚ ਇਸ਼ੂ ਹੈ ਫੋਰਜਰੀ ਦਾ, ਫੋਰਜਰੀ ਰਿਲੇਟਡ ਟੂ ਡਾਕੂਮੈਂਟਸ। ਕਿਉਂਕਿ ਸਰ ਆਪਾਂ ਸਾਰੇ ਜਾਣੇ ਜਾਣਦੇ ਹਾਂ, ਆਪਾਂ ਪੜ੍ਹੇ ਲਿਖੇ ਹਾਂ ਵੀ ਕੋਈ ਚਾਹੇ ਮੈਂ ਇਹਨਾਂ ਦਾ ਸਕਾ ਭਰਾ ਵੀ ਹੋਵਾਂ, ਮੈਂ ਇਹਨਾਂ ਦਾ ਲੋਨ ਨਹੀਂ ਮੋੜ ਸਕਦਾ। ਮੈਂ ਸਾਈਨ ਕਰਕੇ ਆਪਣੇ ਸਾਈਨ ਜਾਂ ਇਹਨਾਂ ਦੇ ਸਾਈਨ ਕਰਕੇ ਬੈਂਕ ਦੇ ਵਿੱਚ ਦੇ ਕੇ ਲੋਨ ਨਹੀਂ ਤਾਰ ਸਕਦਾ ਕਿਸੇ ਦਾ, ਜਾਂ ਮੈਂ ਕੈਂਸਲ ਨਹੀਂ ਕਰਵਾ ਸਕਦਾ। ਮੈਨੂੰ ਨਾ ਅਥਾਰਟੀ ਹੈ ਨਾ ਕੋਈ ਹੋਰ ਹੈ। ਇਹਨਾਂ ਦੇ ਜਾਲੀ ਸਾਈਨ ਕਰਨੇ, ਇਹਨਾਂ ਦੇ ਡਾਕੂਮੈਂਟ ਜਾਲੀ ਰੈਡੀ ਕਰਨੇ। ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਫੋਰਜਰੀ ਕੀਤੀ ਹੈ ਔਰ ਇਹ ਕਹਿਣਾ ਵੀ ਹਾਂਜੀ ਗੱਡੀ ਇਸ਼ੂ ਨਹੀਂ ਕੀਤੀ, ਜਦ ਕਿ RC ਜਿਹੜੀ ਹੈ ਗਗਨਦੀਪ ਸਿੰਘ ਕੋਚਰ ਦੇ ਨਾਮ ਤੇ ਇਸ਼ੂ ਹੋਈ ਹੈ ਔਰ ਇਹਨਾਂ ਦੇ ਕੋਲ ਹੈ। ਸਰ ਇੱਕ ਹੁਣ ਜਿਹੜੀ ਹੈ ਹੁਣ ਤੁਹਾਨੂੰ ਲੱਗਦਾ ਹੈ ਕਿ ਜੇ ਇਹ ਨਹੀਂ ਪੇਸ਼ ਹੁੰਦੇ, ਕੱਲ ਤਰੀਕ ਹੈ ਤਾਂ ਫਿਰ ਅਗਲਾ ਕੋਰਟ ਕੀ ਕਰਨਾ? ਨਹੀਂ ਸਰ, ਪੇਸ਼ ਲੀਗਲੀ ਦੇਖੋ ਜਦ ਤੱਕ ਇਹ ਆਨਰੇਬਲ ਹਾਈ ਕੋਰਟ ਤੋਂ ਬੇਲ ਨਹੀਂ ਲੈ ਕੇ ਆਉਂਦੇ ਪੇਸ਼ ਹੋ ਹੀ ਨਹੀਂ ਸਕਦੇ। ਕਿਉਂਕਿ ਜਦੋਂ ਬੇਲ ਦੇ ਵਿੱਚੋਂ ਜਦੋਂ ਕੋਰਟ ਬੇਲ ਡਿਸਮਿਸ ਕਰ ਦਿੰਦੀ ਹੈ, ਸੈਸ਼ਨ ਕੋਰਟ 'ਚੋਂ ਬੇਲ ਡਿਸਮਿਸ ਹੋ ਜਾਂਦੀ ਹੈ ਤਾਂ ਬੰਦਾ ਸਿੱਧਾ ਅਰੈਸਟ ਹੁੰਦਾ ਹੈ। ਔਰ ਅਰੈਸਟ ਹੋਣ ਦੇ ਉਹਨਾਂ ਦੇ ਹਜੇ ਵੀ ਜਿਹੜੀ ਉਹਨਾਂ ਦੀ ਕੈਦ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਿਰਪਾਨ ਹਜੇ ਤੱਕ ਜਦ ਤੱਕ ਆਨਰੇਬਲ ਹਾਈ ਕੋਰਟ ਤੋਂ ਇਹਨਾਂ ਨੂੰ ਬੇਲ ਨਹੀਂ ਮਿਲਦੀ ਉਹਨਾਂ ਟਾਈਮ ਤੱਕ ਇਹਨਾਂ ਨੂੰ ਗ੍ਰਿਫਤਾਰ ਕਦੇ ਵੀ ਕੀਤਾ ਜਾ ਸਕਦਾ। ਕਿਉਂ ਨਹੀਂ ਅਰੈਸਟ ਪੈ ਰਹੀ ਇਹਨਾਂ ਦੀ? ਇਹ ਸਰ ਕੋਰਟ ਪ੍ਰੋਸੀਜਰ ਹੈ। ਅਸੀਂ ਕੱਲ ਡੇਟ ਸੀਗੀ, ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਵੀ ਇਹਨਾਂ ਦੇ ਨਾਨ ਅਵੇਲੇਬਲ ਅਰੈਸਟ ਵਾਰੰਟ ਇਸ਼ੂ ਕੀਤੇ ਜਾਣ। ਕੱਲ ਡੇਟ ਸੀ, ਕੱਲ ਤੋਂ ਜੱਜ ਸਾਹਿਬ ਨੇ 31 ਤਰੀਕ ਰੱਖੀ ਹੈ ਔਰ ਕੱਲ 31 ਤਰੀਕ ਹੈ। ਹੁਣ ਹੋ ਸਕਦਾ ਕੱਲ ਕੋਈ ਆਰਡਰ ਆਨਰੇਬਲ ਕੋਰਟ ਵੱਲੋਂ ਪਾਸ ਕਰ ਦਿੱਤਾ ਜਾਵੇ। ਬਿਕੋਜ਼ ਕੰਪਲੇਂਟ ਕੇਸ ਹੈ, ਕੰਪਲੇਂਟ ਪੁਲਿਸ ਕੇਸ ਔਰ ਕੰਪਲੇਂਟ ਕੇਸ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ ਆ। ਇੱਥੇ ਕੰਪਲੇਂਟ ਕੇਸ ਦੇ ਵਿੱਚ ਜੋ ਵੀ ਹੁੰਦਾ ਆ ਆਨਰੇਬਲ ਕੋਰਟ ਦੇ ਹੁਕਮਾਂ ਦੇ ਅਨੁਸਾਰ ਹੁੰਦਾ ਹੈ।